मैं कभी सोचा ही नहीं सीगा भी मेरी मॉम नूं है ना भी इदां जाके 4th स्टेज ते ओवेरियन कैंसर हो जूगा है ना। ਮੈਨੂੰ ਤਾਂ ਇੱਥੋਂ ਸਿਰਫ ਕਾਲ ਹੀ ਗਈ ਸੀਗੀ। ਮੈਂ ਇੱਕ ਵਾਰ ਮੁੜੀ, ਮੇਰੇ ਮੰਮਾ ਨੂੰ ਅਸੀਂ ਲੁਧਿਆਣੇ ਐਡਮਿਟ ਕਰਵਾਇਆ ਸੀਗਾ ਤਾਂ ਡਾਕਟਰ ਕਹਿੰਦੇ ਕਿ ਡੈਡ ਨੂੰ ਕਹਿਣ ਲੱਗ ਪਏ ਵੀ ਪੈਸੇ ਵੀ ਲਾਉਣ ਦਾ ਕੋਈ ਫਾਇਦਾ ਨਹੀਂ ਹੈਗਾ, ਤੁਸੀਂ ਲਾ ਕੇ ਦੇਖ ਲਓ ਵੀ ਹੋ ਸਕਦਾ ਆਪਰੇਸ਼ਨ ਥੀਏਟਰ 'ਚ ਹੀ ਡੈਥ ਹੋ ਜਾਵੇ। ਕਿ ਜਦੋਂ ਮੈਂ ਇੰਡੀਆ ਆਈ ਫਿਰ ਮੰਮਾ ਨੂੰ ਉੱਥੇ ਹੀ ਮਤਲਬ ਕਿ ਹੌਸਪੀਟਲ 'ਚ ਸਾਂਭ ਕੇ ਇੱਕ ਵਾਰੀ ਮੈਂ ਵਾਪਸ ਚਲੀ ਗਈ। ਜਦੋਂ ਮੈਂ ਸੈਕਿੰਡ ਟਾਈਮ ਆਈ ਨਾ ਉਹਨਾਂ ਨੂੰ ਮਿਲਣ ਲਈ, ਮੈਂ ਵਾਪਸ ਗਈ ਹੀ ਨਹੀਂ ਕਿਉਂਕਿ ਉਹਨਾਂ ਨੂੰ ਸਾਂਭਣ ਲਈ ਕੋਈ ਨਹੀਂ ਸੀਗਾ। ਕਿ ਮੈਂ ਇਹ ਸੋਚਿਆ ਕਿ ਨਹੀਂ, ਮੈਂ ਸਾਰਾ ਕੁਝ ਛੱਡ ਸਕਦੀ ਆਪਦੀ ਮਾਂ ਦੇ ਲਈ ਜਿਨ੍ਹਾਂ ਨੇ ਮੈਨੂੰ ਜਨਮ ਦਿੱਤਾ। ਮੇਰੇ ਲਈ ਆਸਟ੍ਰੇਲੀਆ ਕਿ ਮੈਂ ਉਹਨਾਂ ਲਈ ਜਾਨ ਤੱਕ ਵੀ ਦੇ ਸਕਦੀ। ਲਾਸਟ ਮੰਮਾ ਦੇ ਮੈਨੂੰ ਵਰਡ ਉਹੀ ਚੇਤੇ ਆਉਂਦੇ ਆ ਕਿ ਡੈਡ ਨੂੰ ਇੱਦਾਂ ਉਹਨਾਂ ਲਈ ਮਤਲਬ ਕਿ ਉਹਨਾਂ ਤੋਂ ਬੋਲਿਆ ਨਹੀਂ ਸੀ ਜਾਂਦਾ। ਕਹਿੰਦੇ ਕਿ ਫੋਟਾ ਖਿੱਚ ਕੇ ਕਹਿੰਦੇ ਵੀ ਤਿੰਨਾਂ ਦਾ ਖਿਆਲ, ਬਸ ਆਹ ਲਾਸਟ ਵਰਡ ਸੀਗੇ। ਚਾਹੇ ਮੈਂ ਆਪਣੀ ਮਾਂ ਲਈ ਸਾਰਾ ਕੁਝ ਛੱਡਤਾ ਹੈ ਨਾ, ਤਾਂ ਮੈਂ ਕਹਿੰਦੀ ਵੀ ਮੇਰੀ ਮਾਂ ਉਦੋਂ ਮੈਨੂੰ ਜਾਨ ਦੇਣ ਲਈ ਵੀ ਕਹਿ ਦਿੰਦੀ ਨਾ ਵੀ ਮੇਰੀ ਜਾਨ ਲੈ ਕੇ ਮੇਰੀ ਮਾਂ ਦੀ ਜਾਨ ਬਚਦੀ ਹੁੰਦੀ ਨਾ, ਮੈਂ ਉਹ ਵੀ ਦੇ ਦਿੰਦੀ। ਪਰ ਮੈਂ ਸੋਚਦੀ ਹਾਂ ਵੀ ਫੇਕ ਆਈਡੀਜ਼ ਵਾਲੇ ਇੰਸਟਾਗ੍ਰਾਮ ਤੇ ਕਈ ਵਾਰ ਮੇਰੀ ਮਾਂ ਨੂੰ ਵੀ ਗਲਤ ਬੋਲਦੇ ਆ। ਮੇਰੀ ਉਹਨਾਂ ਮੂਹਰੇ ਹੀ ਮਿਹਨਤ ਆ, ਮੈਨੂੰ ਜਿਹਨੇ ਬੋਲਣਾ ਬੋਲੋ ਪਰ ਮੇਰੀ ਮਾਂ ਨੂੰ ਨਾ ਬੋਲੋ। ਇੰਸਟਾਗ੍ਰਾਮ ਤੇ ਮੈਸੇਜ ਕਰ ਦਿੰਦੇ ਨਾ, ਇਹ ਵੀ ਇਹੋ ਜਿਹੀ ਹੋਣੀ, ਇਹਦੀ ਮਾਂ ਵੀ ਇੱਦਾਂ ਦੀ ਹੋਣੀ। ਮੈਨੂੰ ਇਹ ਸਮਝ ਨਹੀਂ ਆਉਂਦੀ ਵੀ ਮੈਂ ਇੱਦਾਂ ਦਾ ਕੀ ਕਰਤਾ ਵੀ ਜਿਹੜਾ ਤੁਸੀਂ ਮੇਰੀ ਹੈ ਨਾ ਅੱਗੋਂ ਮੇਰੀ ਫੈਮਿਲੀ ਤੱਕ ਜਾਂਦੇ ਹੋ। ਮੇਰੇ ਡੈਡ ਨੇ ਸਿਰਫ ਮੈਨੂੰ ਦੱਸਿਆ ਕਿ ਵੀ ਤੇਰੇ ਮੰਮਾ ਨੂੰ ਸਾਂਭਣ ਵਾਲਾ ਕੋਈ ਨਹੀਂ ਹੈਗਾ, ਸਿਰਫ ਮੈਂ। ਕਹਿੰਦੇ ਮੇਰੇ ਪੈਰ 'ਚ ਇਸ ਟਾਈਮ ਚੱਪਲ ਵੀ ਨਹੀਂ ਪਾਈ ਹੈਗੀ ਵੀ, ਨਾ ਮੇਰੇ ਕੋਲ ਇਸ ਟਾਈਮ ਪੈਸੇ ਵੀ, ਰਾਤ ਨੂੰ ਮੈਂ ਹੁਣ ਪੈਸੇ ਇਹਨਾਂ ਨੂੰ ਲਿਆ ਕੇ ਦੇ ਨਹੀਂ ਸਕਦਾ, ਪੁੱਤ ਤੂੰ ਵਾਪਸ ਆ ਜਾ। ਮੈਂ ਮਤਲਬ ਕਿ ਉਹਦੀ ਟਿਕਟ ਕਰਵਾਈ ਆ ਤਾਂ ਮੈਨੂੰ ਡਾਕਟਰ ਨੇ ਨਹੀਂ ਦੱਸਿਆ ਮੇਰੀ ਮੰਮਾ ਨੂੰ ਇਹ ਪ੍ਰੋਬਲਮ ਹੈਗੀ। ਮੈਂ ਫਾਈਲਸ ਦੇਖੀਆਂ ਕਿਉਂਕਿ ਮੈਂ ਖੁਦ ਨਰਸਿੰਗ ਕੀਤੀ ਹੋਈ ਇੰਡੀਆ ਤੋਂ ਮੈਮ, ਉਹਦੇ ਕਰਕੇ ਫਿਰ ਮੈਂ ਆਪਣੇ ਬ੍ਰਦਰ ਨੂੰ ਵੀ ਨਹੀਂ ਇਹ ਗੱਲ ਦੱਸੀ। ਜਦੋਂ ਮੰਮਾ ਦੀ ਡੈਥ ਹੋਈ ਤਾਂ ਮਤਲਬ ਕਿ ਉਹਨੂੰ ਮੇਰੇ ਮਾਸੀ ਜੀ ਨੇ ਮੂੰਹ 'ਚੋਂ ਇਹ ਗੱਲ ਨਿਕਲ ਗਈ ਕਿ ਵੀ ਸਾਨੂੰ ਲੱਗਦਾ ਸੀਗਾ ਵੀ ਸਾਡੀ ਭੈਣ ਨੇ ਬਚਣਾ ਨਹੀਂ, ਵੀ ਬਿਮਾਰੀ ਇੱਦਾਂ ਦੀ ਲੱਗੀ ਸੀਗੀ ਹੈ ਨਾ। ਫਿਰ ਮੇਰੇ ਬ੍ਰਦਰ ਨੇ ਮੈਨੂੰ ਪੁੱਛਿਆ, ਕਹਿੰਦਾ ਤੂੰ ਇੱਕ ਵਾਰ ਤਾਂ ਮੈਨੂੰ ਦੱਸਦੀ ਵੀ ਮਾਂ ਨੂੰ ਇਹ ਸੀਗਾ ਵੀ ਮੈਂ ਉਹਦੇ ਨਾਲ ਗੱਲਬਾਤ ਕਰ ਲੈਂਦਾ ਖੁੱਲ੍ਹ ਕੇ ਵੀ ਤੂੰ ਇੰਨਾ ਤੇਰਾ ਦਿਲ ਪੱਥਰ ਸੀਗਾ ਵੀ ਤੂੰ ਸਾਨੂੰ ਕਿਸੇ ਨੂੰ ਦੱਸਿਆ ਤੱਕ ਨਹੀਂ। ਡੈਡ ਨੂੰ ਵੀ ਹੁਣ ਤੱਕ ਬੋਲਦਾ, ਕਹਿੰਦਾ ਕਿ ਤੁਸੀਂ ਮੇਰੇ ਤੋਂ ਇੰਨੇ ਵੱਡੇ ਵੱਡੇ ਲੁਕੋ ਰੱਖੇ ਨਾ ਵੀ ਤੁਸੀਂ ਇੱਕ ਵਾਰ ਤਾਂ ਦੱਸਦੇ ਵੀ ਮੇਰੀ ਮਾਂ ਨੂੰ ਇਹ ਕੁਛ। ਕਿ ਮੈਂ ਬਹੁਤ ਟਾਈਮ ਮਤਲਬ ਕਿ ਆਪਦੇ ਮੋਮ ਦੇ ਲਈ ਡਿਪਰੈਸ਼ਨ 'ਚ ਰਹੀ ਹਾਂ, ਜਿੱਦਾਂ ਅੰਦਰ ਪਈ ਰਹਿਣਾ ਹੈ ਨਾ ਵੀ ਮੈਨੂੰ ਕੋਈ ਦੁਨੀਆ ਚੰਗੀ ਨਹੀਂ ਸੀ ਲੱਗਦੀ। ਮੈਂ ਸੋਚਦੀ ਸੀ ਬਸ ਜੋ ਕੁਛ ਸੀ ਮੇਰੀ ਮਾਂ ਸੀਗੀ, ਇਸ ਤੋਂ ਵੱਧ ਮੇਰੇ ਲਈ ਕੁਛ ਨਹੀਂ ਸੀ। ਵੀ ਉਹ ਵੀ ਰੱਬਾ ਤੂੰ ਮੇਰੇ ਤੋਂ ਖੋਲੀ ਹੈ ਨਾ। ਅੱਜ ਲੋਕਾਂ ਨੇ ਬਹੁਤ ਗੱਲਾਂ ਕੀਤੀਆਂ ਹੈ ਨਾ, ਇੱਥੇ ਧੱਕੇ ਖਾਂਦੀ ਫਿਰਦੀ ਆ, ਪੈਸੇ ਖਰਾਬ ਕਰਤੇ ਇਹਨੇ, ਇਹ ਕੀਤਾ, ਬਹੁਤ ਕੁਛ ਬੋਲਿਆ। ਲੋਕ ਹਟਦੇ ਨਹੀਂ ਕਹਿਣੋਂ ਹੈ ਨਾ ਵੀ ਮੈਂ ਫਿਰ ਵੀਜ਼ਾ ਲਵਾਵਾਂ। ਮੈਂ ਫਿਰ ਵੀਜ਼ੇ 'ਤੇ ਗਈ, ਮੈਂ ਵਿਜ਼ਟਰ ਵੀਜ਼ਾ ਆਸਟ੍ਰੇਲੀਆ ਫਿਰ ਚਲੀ ਗਈ। ਮੈਂ ਉਦੋਂ ਬਾਅਦ 3 ਵਾਰ ਗਈ ਹਾਂ। ਹਾਂਜੀ, ਮੈਂ ਉਹਨਾਂ ਨੂੰ ਇਹੀ ਦੱਸਿਆ ਕਿ ਮੈਂ ਜਾ ਸਕਦੀ ਹਾਂ। ਕਈ ਇਹ ਸਮਝਦੇ ਸੀ ਨਾ ਵੀ ਡਿਪੋਰਟ ਕਰਤਾ ਇਹਨੂੰ, ਮੈਨੂੰ ਇੱਦਾਂ ਦੀ ਕੋਈ ਨਹੀਂ ਸੀ। ਮੈਂ ਆਪਣੀ ਮਾਂ ਦੇ ਲਈ ਸਾਰਾ ਕੁਝ ਛੱਡਿਆ ਅਤੇ ਮੈਂ ਕਹਿੰਦੀ ਵੀ ਮੇਰੇ ਵਰਗਾ ਕੋਈ ਬਣ ਵੀ ਨਹੀਂ ਸਕਦਾ ਵੀ ਆਪਣੀ ਮਾਂ ਦੇ ਲਈ ਸਾਰਾ ਕੁਝ ਛੱਡਤਾ ਮੈਂ, ਅਤੇ ਕੋਈ ਕਰ ਵੀ ਨਹੀਂ ਸਕਦਾ ਇੱਦਾਂ, ਠੀਕ ਆ ਵੀ ਵਾਪਸ ਆ ਜਾਊਗਾ ਕੋਈ ਆਪਦੇ ਡਰੀਮਸ ਛੱਡ ਕੇ ਹੈ ਨਾ। ਇਹਨਾਂ ਨੂੰ ਹੋਰ ਕੋਈ ਕੰਮ ਨਹੀਂ ਹੈਗਾ, ਇੱਕੋ ਕੰਮ ਫੜਿਆ ਇਹਨਾਂ ਨੇ ਕੰਜਰ ਪੁਣੇ ਫੜੇ ਹੋਏ ਆ, ਠੀਕ ਆ। ਅਤੇ ਇਹਨਾਂ ਨੂੰ ਕੋਈ ਪੁੱਛਦਾ ਨਹੀਂ ਹੈਗਾ ਘਰੇ, ਇਹ ਅਵਾਰਾ ਫਿਰਦੀਆਂ ਨੇ। ਮੈਂ ਉਹਨਾਂ ਨੂੰ ਇਹੀ ਦੱਸਣਾ ਚਾਹੁੰਦੀ ਵੀ ਅਵਾਰਾ ਕੋਈ ਨਹੀਂ ਹੈਗਾ, ਸਭ ਵੀਡੀਓਜ਼ ਘਰਦਿਆਂ ਦੇ ਸਾਹਮਣੇ ਬਣਾਉਂਦੇ ਹਾਂ ਅਸੀਂ ਹੈ ਨਾ। ਬਟ ਫੇਕ ਆਈਡੀਜ਼ ਵਾਲਿਆਂ ਨੇ ਮੈਨੂੰ ਪਰੇਸ਼ਾਨ ਕੀਤਾ। ਮੈਨੂੰ ਮੇਰਾ ਕੋਈ ਰਿਸ਼ਤੇਦਾਰ ਨਹੀਂ ਕਹਿੰਦਾ ਵੀ ਤੂੰ ਗਲਤ ਕਰਦੀ ਹੈ, ਗਲਤ ਵੀਡੀਓਜ਼ ਪਾ ਰਹੀ ਹੈ, ਚਾਹੇ ਕੁਛ। ਦੇਖੋ ਇੱਕ ਜੇ ਕੁੜੀ ਜੀਨ ਦੇ ਵਿੱਚ ਵੀਡੀਓ ਪਾ ਲੈਂਦੀ ਆ ਫਿਰ ਵੀ ਕਹਿ ਦੇਣਗੇ ਤੂੰ ਆਹ ਦਿਖਾਉਣੀ ਆ, ਤੂੰ ਉਹ ਦਿਖਾਉਣੀ। ਮੈਨੂੰ ਇਹ ਸਮਝ ਨਹੀਂ ਲੱਗਦੀ ਵੀ ਉਹਨਾਂ ਦੀਆਂ ਭੈਣਾਂ ਨਹੀਂ ਪਾਉਂਦੀਆਂ ਜੀਨਸ, ਡਰੈਸ ਪਾਉਂਦੀਆਂ, ਸਾਰਾ ਕੁਛ ਪਾਉਂਦੀਆਂ,
ਜੇ ਕੋਈ ਹੋਰ ਕੁੜੀ ਪਾਉਂਦੀ ਆ ਤੁਹਾਨੂੰ ਦਿਖਾਉਂਦਾ ਲੱਗਦਾ ਵੀ ਉਹ ਦਿਖਾ ਰਹੀ ਆ ਕੁਛ। ਮੈਨੂੰ ਤਾਂ ਇਹ ਸਮਝ ਨਹੀਂ ਆਉਂਦੀ ਵੀ ਹੁਣ ਬੁਰਕੇ ਪਾ ਕੇ ਵੀਡੀਓਜ਼ ਬਣਾ ਲਿਆ ਕਰਨ ਕੁੜੀਆਂ। ਰਿਕੁਐਸਟ 'ਚ ਜਾ ਕੇ ਕਹਿਣਗੇ ਤੁਹਾਨੂੰ ਪ੍ਰਮੋਸ਼ਨ ਵਾਲੇ ਕਿੰਨੇ ਪੈਸੇ ਦਿੰਦੇ ਆ, 500 ਦਿੰਦੇ ਆ, 1000 ਦਿੰਦੇ ਆ। ਸਾਡੇ ਨਾਲ ਤੁਸੀਂ ਆਓ ਤੁਹਾਨੂੰ ਲੱਖ ਰੁਪਈਏ ਦਿੰਨੇ, 50,000 ਦਿੰਨੇ ਆ। ਇਹ ਨਹੀਂ ਹੈਗਾ ਜੇ ਕੋਈ ਕੁੜੀ ਇੰਸਟਾਗ੍ਰਾਮ ਤੇ ਵੀਡੀਓਜ਼ ਪਾ ਰਹੀ ਆ ਉਹ ਗਲਤ ਫੈਮਿਲੀ ਤੋਂ ਆ, ਚਾਹੇ ਗਲਤ ਤੁਰੀ ਫਿਰਦੀ ਆ। ਪੰਜਾਬੀ ਦੇ ਵਿੱਚ ਤੁਸੀਂ ਬੋਡੀ ਪਾਰਟਸ ਨੂੰ ਲੈ ਕੇ ਬਹਿ ਜਾਂਦੇ ਆ ਕਮੈਂਟਸ ਦੇ ਵਿੱਚ। ਮੈਮ ਉੱਦਾਂ ਦੀ ਵਰਡਿੰਗ ਤਾਂ ਮੈਂ ਕਦੇ ਸੁਣੀ ਨਹੀਂ ਸੀ ਲਾਈਫ ਦੇ ਵਿੱਚ ਵੀ ਜਿੱਦਾਂ ਦੀ ਉਹ ਬੋਲਦੇ ਆ, ਹੈ ਨਾ। ਮੈਨੂੰ ਤਾਂ ਇਹ ਵੀ ਉਹਨਾਂ ਤੋਂ ਸਮਝ ਨਹੀਂ ਆਉਂਦੀ। ਗਾਂ ਉਹਨਾਂ ਮਾਂ ਪਿਓ ਨੂੰ ਜਦੋਂ ਫੜਦੇ ਆ ਮੈਨੂੰ ਉਦੋਂ ਬਹੁਤ ਗੁੱਸਾ ਆਉਂਦਾ। ਬਿਲਕੁਲ ਸੱਚ, ਜਿਵੇਂ ਸਾਰੀਆਂ ਚੀਜ਼ਾਂ ਮੇਰੇ ਸਾਹਮਣੇ ਰੱਖਤੀਆਂ, ਠੀਕ ਆ, ਕਿ ਇੱਦਾਂ ਹੁੰਦਾ ਸ਼ੂਟਿੰਗ ਲਈ, ਤੁਹਾਨੂੰ ਸੌਂਗ ਲਈ। ਮੈਂ ਆਪਦੇ ਦਿਮਾਗ 'ਚ ਸੋਚਿਆ ਵੀ ਚਲੋ ਮੇਰੀ ਪ੍ਰੋਫਾਈਲ ਵਧੀਆ ਬਣ ਜੂਗੀ, ਹੈ ਨਾ। ਪਹਿਲਾਂ ਤਾਂ ਉਹ ਬੰਦੇ ਨੇ ਮੈਨੂੰ ਇੱਦਾਂ ਕਿਹਾ ਕੰਪਰੋਮਾਈਜ਼ ਹੁੰਦੇ ਆ ਇਹਦੇ 'ਚ। 2 ਚੀਜ਼ਾਂ ਹੁੰਦੀਆਂ, ਇੱਕ ਤਾਂ ਤੁਹਾਨੂੰ 2-3 ਚੀਜ਼ਾਂ ਹੁੰਦੀਆਂ। ਇੱਕ ਇਨਵੈਸਟ ਕਰੋ, ਠੀਕ ਆ, ਤੁਸੀਂ ਖੁਦ ਗਾਣੇ ਦੇ ਵਿੱਚ ਆਉਣ ਲਈ, ਤੇ ਇੱਕ ਮਤਲਬ ਕਿ ਤੁਹਾਨੂੰ ਪੇ ਕਰਨੇ। ਮੈਨੂੰ ਕਹਿੰਦੇ, ਮੈਂ ਕਿਹਾ ਇਹ ਕੰਪਰੋਮਾਈਜ਼ ਹੋ ਗਿਆ ਪ੍ਰੋਡਿਊਸਰ ਡਾਇਰੈਕਟਰਾਂ ਦੇ ਨਾਲ, ਠੀਕ ਆ, ਸੌਣਾ। ਮੈਂ ਕਿਹਾ ਬਾਈ ਦੇਖ ਲਾ, ਤਿੰਨੇ ਕੰਮ ਹੀ ਨਹੀਂ ਹੋਣੇ ਵੀ। ਮੈਂ ਨਾ ਇਹੋ ਜਿਹੀ ਕੁੜੀ ਹੈਗੀ, ਨਾ ਮੈਨੂੰ ਲੋੜ ਆ। ਭੋਲੀਆਂ ਹੁੰਦੀਆਂ ਕੁੜੀਆਂ, ਹੈ ਨਾ, ਵੀ ਚਲੋ ਮੈਂ ਵੀ ਬਚ ਗਈ। ਮੈਂ ਖੁਦ ਕਿੰਨੀ ਬਚ ਗਈ, ਜੇ ਮੈਂ ਚਲੀ ਜਾਂਦੀ ਪਤਾ ਨਹੀਂ ਕੀ ਹੋਣਾ ਸੀਗਾ। ਉਹ ਸਿੱਧੂ ਮੂਸੇ ਵਾਲਾ ਬੱਚਾ ਸੀ ਇੱਕ, ਉਹ ਮੇਰੇ ਤੋਂ ਤਾਂ ਛੋਟਾ ਸੀਗਾ, ਹੈ ਨਾ, ਉਹ ਵੀ ਮਰਵਾਤਾ, ਠੀਕ ਆ। ਉਹ ਬੰਦੇ ਨੂੰ ਛੱਡਿਆ ਨਹੀਂ, ਮਾਰ ਕੇ ਸਾਹ ਲਿਆ ਲੋਕਾਂ ਨੇ, ਠੀਕ ਆ। ਇੱਕ ਉਹ ਫੇਮਸ ਹੋਇਆ ਸੀ ਤਾਂ ਕਰਕੇ ਉਹਦੇ ਨਾਲ ਇਹ ਕੁਛ ਹੋਇਆ। ਸਤਿ ਸ਼੍ਰੀ ਅਕਾਲ, ਮੈਂ ਹਾਂ ਤੁਹਾਡੇ ਨਾਲ ਜਸਪ੍ਰੀਤ। ਅੱਜ ਦੇ ਸਮੇਂ ਦੀ ਗੱਲ ਕਰੀਏ ਤਾਂ ਪੈਸੇ ਦੀ ਐਸੀ ਦੌੜ ਲੱਗੀ ਆ ਕਿ ਰਿਸ਼ਤੇ ਨਾਤੇ ਪਿੱਛੇ ਛੁੱਟ ਜਾਂਦੇ ਨੇ। ਚਾਹੇ ਉਹ ਦੂਰ ਦੇ ਰਿਸ਼ਤੇ ਹੋਣ, ਚਾਹੇ ਉਹ ਕਰੀਬੀ ਰਿਸ਼ਤੇ ਹੋਣ, ਖੂਨ ਦੇ ਰਿਸ਼ਤੇ ਹੋਣ। ਅੱਜ ਇੱਕ ਐਸੀ ਧੀ ਦੇ ਨਾਲ ਮਿਲਵਾਉਣ ਜਾ ਰਹੇ ਹਾਂ ਜਿਹੜੀ ਵਿਦੇਸ਼ ਗਈ ਸੀ, ਪਰ ਮਾਂ ਦੀ ਜਦੋਂ ਡੈਥ ਹੁੰਦੀ ਆ ਤਾਂ ਉਹਨਾਂ ਨੂੰ ਵਾਪਸ ਆਉਣਾ ਪੈਂਦਾ। ਉਹ ਵਾਪਸ ਆਉਂਦੇ ਨੇ ਸਾਰਾ ਕੁਝ ਛੱਡ ਕੇ। ਉਹਨਾਂ ਦੀ ਮਦਰ ਨੂੰ ਕੈਂਸਰ ਸੀ ਅਤੇ 10 ਮਹੀਨਿਆਂ ਬਾਅਦ ਉਹਨਾਂ ਦੀ ਡੈਥ ਹੋ ਗਈ। ਜਦੋਂ ਉਹਨਾਂ ਨੂੰ ਪਤਾ ਲੱਗਦਾ ਹੈ ਕਿ ਮਾਤਾ ਨੂੰ ਕੈਂਸਰ ਆ ਤਾਂ ਉਹ ਵਾਪਸ ਆ ਜਾਂਦੇ, ਵਿਦੇਸ਼ ਦੀ ਧਰਤੀ ਤੋਂ ਛੱਡ ਕੇ, ਸਾਰਾ ਫਿਊਚਰ ਆਪਣਾ ਪਿੱਛੇ ਛੱਡ ਕੇ ਵਾਪਸ ਆ ਜਾਂਦੇ। ਸੋਸ਼ਲ ਮੀਡੀਆ 'ਤੇ ਵੀ ਤੁਸੀਂ ਇਹਨਾਂ ਨੂੰ ਦੇਖਿਆ ਹੋਊਗਾ। ਨਰਿੰਦਰ ਕੌਰ ਗਿੱਲ ਦੀ ਗੱਲ ਮੈਂ ਕਰ ਰਹੀ ਹਾਂ। ਅੱਜ ਇਹਨਾਂ ਦੇ ਨਾਲ ਗੱਲ ਕਰਾਂਗੇ, ਇਹਨਾਂ ਦੀ ਜ਼ਿੰਦਗੀ ਬਾਰੇ ਗੱਲਬਾਤ ਕਰਾਂਗੇ। ਸਭ ਤੋਂ ਪਹਿਲਾਂ ਸਵਾਗਤ ਕਰ ਲੈਂਦੇ ਹਾਂ ਮੈਮ, ਬਹੁਤ ਬਹੁਤ ਸਵਾਗਤ। ਥੈਂਕ ਯੂ ਮੈਮ। ਮੈਮ ਵਿਦੇਸ਼ ਗਏ ਸੀਗੇ, ਹੈ ਨਾ, ਮਦਰ ਬਿਮਾਰ ਹੋ ਗਏ, ਫਿਰ ਤੁਹਾਨੂੰ ਵਾਪਸ ਆਉਣਾ ਪਿਆ। ਕੀ ਹੋਇਆ ਸੀਗਾ ਮਾਤਾ ਜੀ ਨੂੰ? ਮੈਮ ਐਕਚੁਅਲੀ ਮੇਰੇ ਮੰਮਾ ਨੂੰ ਓਵੇਰੀਅਨ ਕੈਂਸਰ ਹੋ ਗਿਆ ਸੀਗਾ। ਜਿੱਦਾਂ ਮਤਲਬ ਕਿ ਉਹਨਾਂ ਦੀ ਪਹਿਲਾਂ ਕੁਛ ਨਹੀਂ ਸੀ, ਹੈ ਨਾ। ਉਹਨਾਂ ਬਾਰੇ ਮੈਂ ਕਦੇ ਸੋਚਿਆ ਹੀ ਨਹੀਂ ਸੀਗਾ ਵੀ ਮੇਰੇ ਮੋਮ ਨੂੰ, ਹੈ ਨਾ, ਵੀ ਇੱਦਾਂ ਜਾ ਕੇ 4th ਸਟੇਜ 'ਤੇ ਓਵੇਰੀਅਨ ਕੈਂਸਰ ਹੋ ਜਾਊਗਾ, ਹੈ ਨਾ। ਮੈਨੂੰ ਤਾਂ ਇੱਥੋਂ ਸਿਰਫ ਕਾਲ ਹੀ ਗਈ ਸੀਗੀ। ਮੈਂ ਇੱਕ ਵਾਰ ਮੁੜੀ, ਮੇਰੇ ਮੰਮਾ ਨੂੰ ਅਸੀਂ ਲੁਧਿਆਣੇ ਐਡਮਿਟ ਕਰਵਾਇਆ ਸੀਗਾ। ਤਾਂ ਡਾਕਟਰ ਕਹਿੰਦੇ ਕਿ ਡੈਡ ਨੂੰ ਕਹਿਣ ਲੱਗ ਪਏ ਵੀ ਪੈਸੇ ਵੀ ਲਾਉਣ ਦਾ ਕੋਈ ਫਾਇਦਾ ਨਹੀਂ ਹੈਗਾ, ਤੁਸੀਂ ਲਾ ਕੇ ਦੇਖ ਲਓ, ਵੀ ਹੋ ਸਕਦਾ ਆਪਰੇਸ਼ਨ ਥੀਏਟਰ 'ਚ ਇਹਨਾਂ ਦੀ ਡੈਥ ਹੋ ਜਾਵੇ। ਪਰ ਮੇਰੇ ਡੈਡ ਕਹਿੰਦੇ ਵੀ ਨਹੀਂ, ਵੀ ਮੇਰਾ ਸਾਰਾ ਕੁਛ ਲੁੱਟਿਆ ਜਾਵੇ, ਜੋ ਕੁਛ ਮੇਰੇ ਕੋਲ ਹੈਗਾ, ਪਰ ਮੈਂ ਇਹਨਾਂ ਦੀ, ਇਹ ਬੱਚਿਆਂ ਦੀ ਮਾਂ, ਠੀਕ ਆ, ਵੀ ਦੋਨੋਂ ਬੱਚੇ, ਮੇਰਾ ਬ੍ਰਦਰ ਵੀ ਇਟਲੀ 'ਚ ਸੀਗਾ, ਵੀ ਮੈਂ ਇਹਨਾਂ ਨੂੰ ਬਚਾਉਣਾ ਚਾਹੁੰਦਾ, ਵੀ ਜਿੰਨੀ ਵੀ ਜ਼ਿੰਦਗੀ ਹੋਊਗੀ ਇਹਨਾਂ ਦੀ। ਪਰ ਇਸ ਟਾਈਮ ਤਾਂ ਔਖੇ, ਤੁਸੀਂ ਇਹਨਾਂ ਦੀ ਸਰਜਰੀ ਕਰੋ। ਸਰਜਰੀ ਕੀਤੀ ਮੈਮ। ਤਾਂ ਮਤਲਬ ਕਿ ਜਦੋਂ ਮੈਂ ਇੰਡੀਆ ਆਈ, ਫਿਰ ਮੰਮਾ ਨੂੰ ਉੱਥੇ ਹੀ ਮਤਲਬ ਕਿ ਹੌਸਪੀਟਲ 'ਚ ਸਾਂਭ ਕੇ ਇੱਕ ਵਾਰੀ ਮੈਂ ਵਾਪਸ ਚਲੀ ਗਈ। ਫਿਰ ਮੇਰੇ ਮਤਲਬ ਕਿ ਬ੍ਰਦਰ ਨੂੰ ਵੀ ਅਸੀਂ ਉੱਥੋਂ ਬੁਲਾਇਆ, ਹੈ ਨਾ, ਉਹਦੇ ਲਈ ਜਲਦੀ ਕੁੜੀ ਦੇਖੀ, ਹੈ ਨਾ ਤੁਸੀਂ। ਐਟ ਅ ਟਾਈਮ, ਹੈ ਨਾ, ਕੋਈ ਸਾਂਭਣ ਵਾਲਾ ਵੀ ਉਹਨਾਂ ਨੂੰ ਹੈ ਨਹੀਂ ਸੀਗਾ। ਤਾਂ ਮਤਲਬ ਕਿ ਉਸੇ ਟਾਈਮ ਹੀ ਉਹਨਾਂ ਦੀ ਡੈਥ ਹੋ ਗਈ ਸੀਗੀ। ਥੋੜ੍ਹੇ ਟਾਈਮ ਬਾਅਦ ਜਦੋਂ ਮੈਂ ਸੈਕਿੰਡ ਟਾਈਮ ਆਈ ਨਾ ਉਹਨਾਂ ਨੂੰ ਮਿਲਣ ਲਈ, ਤਾਂ ਡੈਥ ਹੋ ਗਈ ਸੀਗੀ। ਮੈਂ ਵਾਪਸ ਗਈ ਹੀ ਨਹੀਂ ਕਿਉਂਕਿ ਉਹਨਾਂ ਨੂੰ ਸਾਂਭਣ ਲਈ ਕੋਈ ਨਹੀਂ ਸੀਗਾ। ਕਿ ਮੈਂ ਇਹ ਸੋਚਿਆ ਕਿ ਨਹੀਂ, ਮੈਂ ਸਾਰਾ ਕੁਝ ਛੱਡ ਸਕਦੀ ਆਪਦੀ ਮਾਂ ਦੇ ਲਈ, ਜਿਨ੍ਹਾਂ ਨੇ ਮੈਨੂੰ ਜਨਮ ਦਿੱਤਾ, ਮੇਰੇ ਲਈ ਆਸਟ੍ਰੇਲੀਆ, ਕਿ ਮੈਂ ਉਹਨਾਂ ਲਈ ਜਾਨ ਤੱਕ ਵੀ ਦੇ ਸਕਦੀ। 4th ਸਟੇਜ 'ਤੇ ਸੀਗੇ ਜਦੋਂ ਤੁਹਾਨੂੰ ਪਤਾ ਲੱਗਾ? ਪਹਿਲਾਂ ਨਹੀਂ ਕੁਛ, ਕੋਈ ਦਰਦ, ਕੋਈ ਤਕਲੀਫ ਨਹੀਂ ਹੋਈ ਉਹਨਾਂ ਨੂੰ? ਮੈਮ ਬਹੁਤ ਵਧੀਆ ਸੀ। ਮੇਰੇ ਮੰਮਾ ਨੂੰ ਤਾਂ ਕਦੇ ਕੋਈ ਮਤਲਬ ਕਿ ਇੱਕ ਹੈਡਏਕ ਦੀ ਪ੍ਰੋਬਲਮ ਵੀ ਨਹੀਂ ਸੀ ਆਈ ਹੈਗੀ, ਹੈ ਨਾ। ਨਾ ਹੀ ਕੋਈ ਸਾਡੇ ਵੀ ਫੈਮਿਲੀ 'ਚ ਕੋਈ ਇੱਦਾਂ ਦਾ ਸੀਗਾ ਪਹਿਲਾਂ ਵੀ ਕਿ ਕਿਸੇ ਨੂੰ, ਹੈ ਨਾ, ਕੈਂਸਰ ਵਗੈਰਾ ਦੀ ਪ੍ਰੋਬਲਮ ਹੋਈ ਹੋਵੇ।
ਤਾਂ ਪਤਾ ਨਹੀਂ ਸਡਨਲੀ ਇਦਾਂ ਹੋਇਆ। ਹੋ ਸਕਦਾ ਵੀ ਡੈਡ ਜੌਬ ਤੇ ਚਲੇ ਜਾਂਦੇ ਸੀ, ਮੈਂ ਵੀ ਆਸਟ੍ਰੇਲੀਆ ਚਲੀ ਗਈ, ਬ੍ਰਦਰ ਚਲਿਆ ਗਿਆ ਹੈ ਨਾ, ਵੀ ਹੋ ਸਕਦਾ ਮੰਮਾ ਇਕੱਲੇ ਰਹਿ ਗਏ ਸੀਗੇ ਘਰੇ ਹੈ ਨਾ, ਉਹਦੇ ਕਰਕੇ ਵੀ ਹੋ ਸਕਦਾ। ਪਰ ਇੱਦਾਂ ਲਾਸਟ ਮੰਮਾ ਦੇ ਮੈਨੂੰ ਵਰਡ ਉਹੀ ਚੇਤੇ ਆਉਂਦੇ ਆ ਕਿ ਡੈਡ ਨੂੰ ਇੱਦਾਂ ਉਹਨਾਂ ਨੇ ਮਤਲਬ ਕਿ ਉਹਨਾਂ ਤੋਂ ਬੋਲਿਆ ਨਹੀਂ ਸੀ ਜਾਂਦਾ। ਕਹਿੰਦੇ ਕਿ ਮੇਰੇ ਭਾਬੀ ਵੀ ਕੋਲ ਬੈਠੇ ਸੀਗੇ, ਉਹ ਵੀ ਛੋਟੀ ਏਜ ਦੇ ਹੀ ਆ, ਬ੍ਰਦਰ ਸੀ, ਮੈਂ ਸੀ, ਤਾਂ ਇੱਦਾਂ ਕੁੜਤਾ ਖਿੱਚ ਕੇ ਕਹਿੰਦੇ ਵੀ ਤਿੰਨਾਂ ਦਾ ਖਿਆਲ, ਬਸ ਆਹ ਲਾਸਟ ਵਰਡ ਸੀਗੇ। ਪਰ ਮੈਂ ਸੋਚਦੀ ਹਾਂ ਵੀ ਫੇਕ ਆਈਡੀਜ਼ ਵਾਲੇ ਇੰਸਟਾਗ੍ਰਾਮ 'ਤੇ ਕਈ ਵਾਰ ਮੇਰੀ ਮਾਂ ਨੂੰ ਵੀ ਗਲਤ ਬੋਲਦੇ ਆ। ਮੇਰੀ ਉਹਨਾਂ ਮੂਹਰੇ ਹੀ ਮਿਹਨਤ ਆ, ਮੈਨੂੰ ਜਿਹਨੇ ਬੋਲਣਾ ਬੋਲੋ, ਪਰ ਮੇਰੀ ਮਾਂ ਨੂੰ ਨਾ ਬੋਲੋ। ਉਹ ਇੱਕ ਬਹੁਤ ਵਧੀਆ ਸੀਗੇ, ਵਧੀਆ ਇਨਸਾਨ ਸੀਗੇ। ਸਵੇਰੇ ਮੈਮ ਉੱਠਦੇ ਸੀਗੇ 2:30 ਵਜੇ, ਉਹਨਾਂ ਨੇ ਉੱਠ ਕੇ ਕੋਈ ਕੰਮ ਨਹੀਂ ਕਰਨਾ ਘਰ ਦਾ, ਗੁਰਦੁਆਰੇ ਸੇਵਾ ਕਰਦੇ ਸੀ, ਜਾਂਦੇ ਸੀਗੇ। ਮੈਨੂੰ ਇਹ ਨਹੀਂ ਪਤਾ ਵੀ ਪਤਾ ਨਹੀਂ ਕੀ ਹੋਇਆ ਕੀ ਨਹੀਂ ਆ, ਵੀ ਲਾਸਟ ਉਹਨਾਂ ਦੀ ਲਾਈਫ ਇੱਦਾਂ ਕਿਉਂ ਸੀਗੀ ਹੈ ਨਾ, ਵੀ ਬਾਕੀ ਜਿੰਨੀ ਏਜ ਲਿਖੀ ਹੁੰਦੀ ਬੰਦੇ ਦੀ ਉਨੀ ਹੈ ਨਾ ਉਹਨਾਂ ਨੇ ਕੱਟਣੀ ਹੁੰਦੀ ਆ। ਪਰ ਮੈਂ ਭੁੱਲੀ ਨਹੀਂ ਕਦੇ ਵੀ ਉਹਨਾਂ ਨੂੰ। ਕਈ ਵਾਰੀ ਜਦੋਂ ਹੁਣ ਇੰਸਟਾਗ੍ਰਾਮ 'ਤੇ ਮੈਸੇਜ ਕਰ ਦਿੰਦੇ ਨਾ, ਇਹ ਵੀ ਇਹੋ ਜਿਹੀ ਹੋਣੀ, ਇਹਦੀ ਮਾਂ ਵੀ ਇੱਦਾਂ ਦੀ ਹੋਣੀ। ਮੈਨੂੰ ਇਹ ਸਮਝ ਨਹੀਂ ਆਉਂਦੀ ਵੀ ਮੈਂ ਇੱਦਾਂ ਦਾ ਕੀ ਕਰਤਾ ਵੀ ਜਿਹੜਾ ਤੁਸੀਂ ਮੇਰੀ ਹੈ ਨਾ ਅੱਗੋਂ ਮੇਰੀ ਫੈਮਿਲੀ ਤੱਕ ਜਾਂਦੇ ਹੋ। ਮੇਰੀ ਉਹਨਾਂ ਨੂੰ ਇਹੀ ਮਿਹਨਤ ਆ ਫੇਕ ਆਈਡੀਜ਼ ਵਾਲਿਆਂ ਨੂੰ, ਵੀ ਕਿਸੇ ਵੀ ਕੁੜੀ ਨੂੰ ਇੰਸਟਾਗ੍ਰਾਮ 'ਤੇ ਤੁਸੀਂ ਇੱਦਾਂ ਗਲਤ ਬੋਲਦੇ। ਦੇਖੋ ਤੁਸੀਂ ਆਪਣਾ ਹੀ ਬੈਕਗਰਾਊਂਡ ਦੱਸ ਰਹੇ ਹੁੰਦੇ ਅਗਲੇ ਨੂੰ ਵੀ ਤੁਸੀਂ ਕਿੱਦਾਂ ਦੀ ਫੈਮਿਲੀ ਤੋਂ ਬਿਲੋਂਗ ਕਰਦੇ ਹੋ। ਜਿੰਨਾ ਟਾਈਮ ਤੁਹਾਨੂੰ ਕਿਸੇ ਬਾਰੇ ਪਤਾ ਹੀ ਨਹੀਂ ਹੈਗਾ, ਤੁਸੀਂ ਕਿਉਂ ਬੋਲਦੇ ਹੋ ਗਲਤ ਕਿਸੇ ਕੁੜੀ ਨੂੰ। ਜਦੋਂ ਮਦਰ ਨੂੰ ਇਹ ਪ੍ਰੋਬਲਮ ਹੁੰਦੀ, ਕੈਂਸਰ ਹੁੰਦਾ ਹੈ ਨਾ, ਤੁਸੀਂ ਉਦੋਂ ਆਸਟ੍ਰੇਲੀਆ ਸੀਗੇ, ਅਤੇ ਫਿਰ ਜਦੋਂ ਇੰਨੀ ਦੂਰ ਪੇਰੈਂਟਸ ਤੋਂ ਹੈ ਨਾ ਫਿਰ ਪਤਾ ਲੱਗਣਾ, ਅੱਜ ਤੋਂ 12 ਸਾਲ ਪਹਿਲਾਂ ਦੀ ਗੱਲ ਹੈ ਹੈ ਨਾ, ਜਦੋਂ ਡੈਥ ਹੋਈ ਉਦੋਂ 12-13 ਸਾਲ ਪਹਿਲਾਂ ਦੀ ਗੱਲ ਹੈ। ਉਦੋਂ ਇਹ ਬਿਮਾਰੀ ਦੇ ਇੰਨਾ ਇਲਾਜ ਵੀ ਨਹੀਂ ਸੀਗਾ, ਇੰਨਾ ਪਤਾ ਵੀ ਨਹੀਂ ਸੀ। ਮਤਲਬ ਜਦੋਂ ਸੁਣਦੇ ਸੀਗੇ ਨਾ ਤਾਂ ਇੱਦਾਂ ਲੱਗਦਾ ਸੀਗਾ ਕਿ ਪਤਾ ਨਹੀਂ ਕਿੱਦਾਂ ਦੀ ਬਿਮਾਰੀ ਹੋ ਜਾਣੀ। ਹਾਂਜੀ। ਅਤੇ ਫਿਰ ਜਦੋਂ ਤੁਹਾਨੂੰ ਉੱਥੇ ਪਤਾ ਲੱਗਦਾ ਹੈ ਨਾ, ਫਿਰ ਉਦੋਂ ਕਿਵੇਂ ਦਾ ਕੀ ਮਹਿਸੂਸ ਕਰਦੇ? ਉਦੋਂ ਦਿਲ ਕਰਦਾ ਸੀ ਵੀ ਹੁਣੇ ਮਾਂ ਤੋਂ ਚਲੇ ਜਾਵਾਂ? ਨਹੀਂ ਮੈਮ, ਮੈਨੂੰ ਐਕਚੁਅਲੀ ਉੱਥੇ ਪਤਾ ਨਹੀਂ ਸੀਗਾ ਇਸ ਗੱਲ ਦਾ ਵੀ ਮੇਰੇ ਮੰਮਾ ਨੂੰ ਇਹੀ ਪ੍ਰੋਬਲਮ ਹੋਈ ਆ। ਮੇਰੇ ਡੈਡ ਨੇ ਸਿਰਫ ਮੈਨੂੰ ਦੱਸਿਆ ਕਿ ਵੀ ਤੇਰੇ ਮੰਮਾ ਨੂੰ ਸਾਂਭਣ ਵਾਲਾ ਕੋਈ ਨਹੀਂ ਹੈਗਾ, ਸਿਰਫ ਮੈਂ। ਕਹਿੰਦੇ ਮੇਰੇ ਪੈਰ 'ਚ ਇਸ ਟਾਈਮ ਚੱਪਲ ਵੀ ਨਹੀਂ ਪਾਈ ਹੈਗੀ, ਵੀ ਨਾ ਮੇਰੇ ਕੋਲ ਇਸ ਟਾਈਮ ਪੈਸੇ ਵੀ, ਰਾਤ ਨੂੰ ਮੈਂ ਹੁਣ ਪੈਸੇ ਇਹਨਾਂ ਨੂੰ ਲਿਆ ਕੇ ਦੇ ਨਹੀਂ ਸਕਦਾ। ਮੇਰੇ ਡੈਡੀ ਮਤਲਬ ਕਿ ਟਰੀਟਮੈਂਟ ਲਈ ਸਾਰਾ ਕੁਛ ਉਹਨਾਂ ਨੇ ਬਹੁਤ ਪੈਸਾ ਲਾਇਆ ਮੰਮਾ 'ਤੇ, ਇੱਦਾਂ ਦੀ ਕੋਈ ਗੱਲ ਨਹੀਂ, ਕਿਉਂਕਿ ਉਹਨਾਂ ਕੋਲ ਜੋਬ ਵਧੀਆ ਸੀ ਹੈ ਨਾ, ਉਹ ਲਾ ਸਕਦੇ ਸੀਗੇ। ਬਟ ਉਸ ਟਾਈਮ ਨਹੀਂ ਸੀ ਉਹਨਾਂ ਕੋਲ। ਉਹ ਕਹਿੰਦੇ ਮੇਰੇ ਪੈਰਾਂ 'ਚ ਚੱਪਲ ਹੈ ਇਸ ਟਾਈਮ, ਵੀ ਪੁੱਤ ਤੂੰ ਵਾਪਸ ਆ ਜਾ। ਮੈਂ ਮਤਲਬ ਕਿ ਉਹਦੀ ਟਿਕਟ ਕਰਵਾਈ ਆ, ਤਾਂ ਮੈਨੂੰ ਡਾਕਟਰ ਨੇ ਨਹੀਂ ਦੱਸਿਆ ਮੇਰੇ ਮੰਮਾ ਨੂੰ ਇਹ ਪ੍ਰੋਬਲਮ ਹੈਗੀ। ਮੈਂ ਫਾਈਲਸ ਦੇਖੀਆਂ, ਕਿਉਂਕਿ ਮੈਂ ਖੁਦ ਨਰਸਿੰਗ ਕੀਤੀ ਹੋਈ ਇੰਡੀਆ ਤੋਂ ਮੈਮ, ਉਹਦੇ ਕਰਕੇ ਫਿਰ ਮੈਂ ਆਪਣੇ ਬ੍ਰਦਰ ਨੂੰ ਵੀ ਨਹੀਂ ਇਹ ਗੱਲ ਦੱਸੀ, ਸਿਰਫ ਮੇਰੇ ਡੈਡ ਨੂੰ ਅਤੇ ਮੈਨੂੰ ਪਤਾ ਸੀ। ਮੈਂ ਡੈਡ ਨੂੰ ਕਿਹਾ, ਮੈਂ ਕਿਹਾ ਡੈਡ ਕਿਸੇ ਰਿਸ਼ਤੇਦਾਰ ਨੂੰ ਵੀ ਤੁਸੀਂ ਦੱਸਿਓ ਨਾ ਵੀ ਦੀਪ ਨੂੰ ਦੱਸਿਓ, ਮੇਰੇ ਭਰਾ ਨੂੰ, ਕਿ ਉਹਨੇ ਮਤਲਬ ਕਿ ਉਹ ਤਾਂ ਬਹੁਤ ਜ਼ਿਆਦਾ ਟੈਨਸ਼ਨ ਲੈਂਦਾ, ਵੀ ਤੁਸੀਂ ਦੱਸਿਓ ਹੀ ਨਾ। ਜਦੋਂ ਮੰਮਾ ਦੀ ਡੈਥ ਹੋਈ ਤਾਂ ਮਤਲਬ ਕਿ ਉਹਨੂੰ ਮੇਰੇ ਮਾਸੀ ਜੀ ਨੇ ਮੂੰਹ 'ਚੋਂ ਇਹ ਗੱਲ ਨਿਕਲ ਗਈ ਕਿ ਵੀ ਸਾਨੂੰ ਲੱਗਦਾ ਸੀਗਾ ਵੀ ਸਾਡੀ ਭੈਣ ਨੇ ਬਚਣਾ ਨਹੀਂ, ਵੀ ਬਿਮਾਰੀ ਇੱਦਾਂ ਦੀ ਲੱਗੀ ਸੀਗੀ ਹੈ ਨਾ। ਫਿਰ ਮੇਰੇ ਬ੍ਰਦਰ ਨੇ ਮੈਨੂੰ ਪੁੱਛਿਆ, ਕਹਿੰਦਾ ਤੂੰ ਇੱਕ ਵਾਰ ਤਾਂ ਮੈਨੂੰ ਦੱਸਦੀ ਵੀ ਮਾਂ ਨੂੰ ਇਹ ਸੀਗਾ, ਵੀ ਮੈਂ ਉਹਦੇ ਨਾਲ ਗੱਲਬਾਤ ਕਰ ਲੈਂਦਾ ਖੁੱਲ੍ਹ ਕੇ, ਵੀ ਤੂੰ ਇੰਨਾ ਤੇਰਾ ਦਿਲ ਪੱਥਰ ਸੀਗਾ ਵੀ ਤੂੰ ਸਾਨੂੰ ਕਿਸੇ ਨੂੰ ਦੱਸਿਆ ਤੱਕ ਨਹੀਂ। ਡੈਡ ਨੂੰ ਵੀ ਹੁਣ ਤੱਕ ਬੋਲਦਾ, ਕਹਿੰਦਾ ਕਿ ਤੁਸੀਂ ਮੇਰੇ ਤੋਂ ਇੰਨੇ ਵੱਡੇ ਵੱਡੇ ਲੁਕੋ ਰੱਖੇ ਨਾ, ਵੀ ਤੁਸੀਂ ਇੱਕ ਵਾਰ ਤਾਂ ਦੱਸਦੇ ਵੀ ਮੇਰੀ ਮਾਂ ਨੂੰ ਇਹ ਕੁਛ ਹੋਇਆ। ਮਤਲਬ ਕਿ ਉਹ ਟਾਈਮ ਮੈਨੂੰ ਭੁੱਲ ਨਹੀਂ ਸਕਦਾ ਮਾਂ ਵਾਲਾ। ਮਾਂ ਇੱਕ ਚੀਜ਼ ਇੱਦਾਂ ਦੀ ਹੁੰਦੀ ਆ ਵੀ ਚਾਹੇ ਤੁਹਾਡਾ ਫਰੈਂਡ ਸਰਕਲ ਆ, ਚਾਹੇ ਤੁਹਾਡਾ ਹਸਬੈਂਡ ਵਾਈਫ ਦਾ ਰਿਸ਼ਤਾ, ਚਾਹੇ ਬੱਚਿਆਂ ਨਾਲ ਹੀ ਤੁਹਾਡਾ ਰਿਸ਼ਤਾ ਕਿਉਂ ਨਹੀਂ ਹੈਗਾ, ਪਰ ਮਾਂ ਇੱਦਾਂ ਦੀ ਇੱਕ ਚੀਜ਼ ਹੈਗੀ ਜਿਹੜੀ ਆਪਾਂ ਗਲਤ ਵੀ ਹੈਗੇ ਨਾ ਇੱਕ ਟਾਈਮ 'ਚ, ਉਹ ਆਪਣੇ 'ਤੇ ਪਰਦੇ ਪਾਉਂਦੇ ਆ ਆਪਣੀਆਂ ਗੱਲਾਂ 'ਤੇ। ਨਹੀਂ, ਮੇਰਾ ਬੱਚਾ ਤਾਂ ਸਹੀ ਆ, ਤੁਸੀਂ ਗਲਤ ਹੋਵੋਗੇ, ਮੇਰਾ ਬੱਚਾ ਨਹੀਂ ਗਲਤ ਹੋ ਸਕਦਾ। ਬਸ ਇਹੀ ਸੀ ਉਹਨਾਂ ਨੂੰ। ਉਹ ਬਹੁਤ ਵਧੀਆ ਸੀਗੇ, ਬਹੁਤ ਵਧੀਆ ਇਨਸਾਨ ਸੀ, ਸਿਰਫ ਸਾਡੇ ਲਈ ਨਹੀਂ ਸਾਰਿਆਂ ਲਈ ਹੀ ਬਹੁਤ ਵਧੀਆ ਸੀਗੇ। ਤੁਹਾਡੀ ਮੈਰਿਜ ਹੋ ਗਈ ਸੀਗੀ ਜਦੋਂ ਮਦਰ ਦੀ ਡੈਥ ਹੋਈ ਹੈ, ਉਹ ਤੋਂ ਪਹਿਲਾਂ? ਹਾਂਜੀ, ਮੇਰੀ ਮੈਰਿਜ ਕਰਵਾ ਕੇ ਮੈਂ ਗਈ ਸੀਗੀ ਆਸਟ੍ਰੇਲੀਆ।
ਮੈਂ ਇਕੱਲੀ ਨੇ ਜਾਣਾ ਸੀਗਾ ਤੇ ਫਿਰ ਮਤਲਬ ਕਿ ਮੇਰੇ ਮਾਮਾ ਜੀ ਦਾ ਬੇਟਾ ਸੀਗਾ ਉੱਥੇ, ਕਹਿੰਦੇ ਵੀ ਇਹ ਇੰਨੀ ਨਹੀਂ ਹੈਗੀ, ਇਹਦੀ ਏਜ ਵੀ ਹਜੇ 20 ਸਾਲ ਦੀ ਏਜ ਦੇ ਵਿੱਚ ਹੈ ਨਾ, ਬੰਦੇ ਨੂੰ ਨਹੀਂ ਪਤਾ ਹੁੰਦਾ ਵੀ ਫੀਸ ਵਗੈਰਾ ਪੇ ਕਰਨੀ ਚਾਹੇ ਕੁਛ ਹੋਰ ਹੈ ਨਾ, ਇਕੱਲੀ ਕੰਮ ਕਰੂਗੀ, ਇਹਨੂੰ ਔਖਾ ਵੀ ਕਾਲਜ ਵੀ ਜਾਣਾ, ਵੀ ਤੁਸੀਂ ਇਹਦੀ ਮੈਰਿਜ ਕਰ ਦਿਓ। ਫਿਰ ਉਦੋਂ ਮੈਨੂੰ ਤਾਂ ਚਲੋ ਬਾਹਰ ਜਾਣ ਦਾ ਹੀ ਸੀਗਾ ਵੀ ਮੈਂ ਬਾਹਰ ਚਲੀ ਜਾਵਾਂ, ਵਿਆਹ ਦਾ ਮੈਨੂੰ ਕੋਈ ਨਹੀਂ ਸੀਗਾ ਤੇ ਮੈਂ ਮਤਲਬ ਕਿ ਮੈਰਿਜ ਕਰਵਾ ਲਈ ਸੀਗੀ ਇਹੀ ਸੋਚ ਕੇ। ਹਾਂਜੀ। ਜਦੋਂ ਪਹਿਲੀ ਵਾਰੀ ਤੁਸੀਂ ਆਉਂਦੇ ਹੋ ਫਿਰ ਤੁਹਾਨੂੰ ਨਹੀਂ ਪਤਾ ਹੁੰਦਾ ਵੀ ਮੰਮਾ ਨੂੰ ਇਹ ਪ੍ਰੋਬਲਮ ਆ, ਫਿਰ ਉਹ ਤੋਂ ਬਾਅਦ ਚਲੇ ਜਾਂਦੇ, ਫਿਰ ਦੁਬਾਰਾ ਆਉਂਦੇ ਹੋ ਵਾਪਸ? ਹਾਂਜੀ, ਮੈਂ ਦੁਬਾਰਾ ਫੇਰ ਆਈ ਹਾਂ। ਜਿਹੜੇ ਉਨੀ ਦੇਰ ਇੱਥੇ ਹੀ ਰਹਿੰਦੇ ਹੋ? ਨਹੀਂ, ਮੈਂ ਮਤਲਬ ਕਿ ਇੱਕ ਵਾਰ ਵਾਪਸ ਚਲੀ ਗਈ ਸੀ, ਫਿਰ ਕਾਲਜ ਦੀਆਂ ਜਿਹੜੀਆਂ ਮੇਲ ਆਉਣੀਆਂ ਸ਼ੁਰੂ ਹੋ ਗਈਆਂ ਸੀਗੀਆਂ, ਉਹਨਾਂ ਨੇ ਮਤਲਬ ਕਿ ਆਈਡੀ ਬਣੀ ਹੋਈ ਸੀ ਕਾਲਜ ਦੀ ਹੈ ਨਾ, ਵੀ ਤੇਰੇ ਐਗਜ਼ਾਮ ਹੋ ਗਏ ਆ, ਐਗਜ਼ਾਮ ਮੈਂ ਫਾਈਨ ਵਗੈਰਾ ਭਰਿਆ ਉੱਧਰ, ਮੈਂ ਕਿਹਾ ਚਲੋ ਦੁਬਾਰਾ ਦੇ ਦਿੰਦੇ ਆ। ਉਹ ਕਾਲਜ ਵੀ ਵਧੀਆ ਸੀਗਾ, ਮਤਲਬ ਕਿ ਉਹਨਾਂ ਨੂੰ ਮੈਂ ਦੱਸਤਾ ਸੀ ਮੰਮਾ ਨੂੰ ਇਹ ਹੈ ਨਾ ਪ੍ਰੋਬਲਮ ਹੋਈ ਆ, ਤੇ ਨਹੀਂ ਫਿਰ ਮੈਂ ਦੁਬਾਰਾ ਫਿਰ ਉੱਥੋਂ ਵਾਪਸ ਆਈ, ਫਿਰ ਨਹੀਂ ਮੈਂ ਗਈ। ਫਿਰ ਮੈਂ ਥੋੜ੍ਹਾ ਟਾਈਮ ਮੈਂ ਬਹੁਤ ਟਾਈਮ ਮਤਲਬ ਕਿ ਆਪਦੇ ਮੋਮ ਦੇ ਲਈ ਡਿਪਰੈਸ਼ਨ 'ਚ ਰਹੀ ਹਾਂ, ਜਿੱਦਾਂ ਅੰਦਰ ਪਏ ਰਹਿਣਾ ਹੈ ਨਾ, ਵੀ ਮੈਨੂੰ ਕੋਈ ਦੁਨੀਆ ਚੰਗੀ ਨਹੀਂ ਸੀ ਲੱਗਦੀ। ਮੈਂ ਸੋਚਦੀ ਸੀ ਬਸ ਜੋ ਕੁਛ ਸੀ ਮੇਰੀ ਮਾਂ ਸੀਗੀ, ਇਸ ਤੋਂ ਵੱਧ ਮੇਰੇ ਲਈ ਕੁਛ ਨਹੀਂ ਸੀ, ਵੀ ਉਹ ਵੀ ਰੱਬਾ ਤੂੰ ਮੇਰੇ ਤੋਂ ਖੋਲੀ ਹੈ ਨਾ ਅੱਜ, ਵੀ ਕੋਈ ਮਤਲਬ ਕਿ ਮੈਂ ਸੋਚਦੀ ਵੀ ਕੋਈ ਦਿਨ ਤਾਂ ਹੋਵੇ ਵੀ ਮੈਨੂੰ ਮੇਰੇ ਮੰਮਾ ਯਾਦ ਨਾ ਆਉਂਦੇ ਹੋਣ। ਵੀ ਕਈ ਵਾਰੀ ਆਪਾਂ ਇਹ ਜਾਂ ਵੀ ਜਦੋਂ ਬੰਦੇ ਦੀ ਡੈਥ ਹੋ ਜਾਂਦੀ ਆ ਹੈ ਨਾ, ਆਪਾਂ ਇਹ ਸੋਚਦੇ ਹਾਂ ਵੀ ਕਦ ਕੋਈ ਖੁਸ਼ੀ ਦਾ ਟਾਈਮ ਆਇਆ ਚਾਹੇ ਗਮੀ ਦਾ, ਬਟ ਇੱਦਾਂ ਦਾ ਕੋਈ ਟਾਈਮ ਹੀ ਨਹੀਂ ਹੁੰਦਾ, ਇੱਦਾਂ ਦਾ ਕੋਈ ਸੈਕਿੰਡ ਹੀ ਹੈ ਨਹੀਂ ਵੀ ਜਦੋਂ ਮੈਂ ਆਪਦੀ ਮਾਂ ਨੂੰ ਕਦੇ ਵੀ ਯਾਦ ਹੀ ਨਾ ਹੋਵੇ ਮੈਨੂੰ ਉਹ ਕਿਤੇ ਹੈ ਨਾ, ਮੈਂ ਭੁੱਲ ਜਾਵਾਂ। ਅਤੇ ਬਸ ਇਹੀ ਆ ਮੈਮ ਵੀ ਮਾਂ ਹੀ ਹੁੰਦੀ ਹੈ ਸਾਰਾ ਕੁਛ। ਵਿਦੇਸ਼ ਦੀ ਧਰਤੀ ਤੇ ਸੀਗੇ ਹੈ ਨਾ, ਹਰ ਤੀਜੇ ਚੌਥੇ ਨੌਜਵਾਨ ਦਾ ਸੁਪਨਾ। ਅੱਜ ਕੱਲ੍ਹ ਖੂਨ ਇੰਨੇ ਚਿੱਟੇ ਹੋ ਗਏ ਹੈ ਨਾ ਕਿ ਰਿਸ਼ਤੇ ਨਾਤੇ ਕਿਤੇ ਪਿੱਛੇ ਰਹਿ ਜਾਂਦੇ ਹੈ ਨਾ, ਹਰ ਕੋਈ ਸੋਚਦਾ ਫਿਊਚਰ ਦੇਖਣਾ ਠੀਕ ਆ, ਪਰ ਤੁਸੀਂ ਕੁਝ ਵੀ ਨਹੀਂ ਦੇਖਿਆ ਹੈ ਨਾ। 2 ਸਾਲ ਸੀਗੇ ਤੁਹਾਨੂੰ ਹੋਇਆਂ ਨੂੰ, ਤੁਸੀਂ ਇੱਥੇ ਆ ਗਏ, ਮੁੜ ਕੇ ਤੁਸੀਂ ਗਏ ਨਹੀਂ ਹੈ ਨਾ, ਤੁਸੀਂ ਆਪਣਾ ਫਿਊਚਰ ਆਪਣੇ ਸੁਪਨੇ ਜਿਹੜੇ ਆ ਉਹ ਸਾਰੇ ਖ਼ਤਮ ਕਰ ਲਏ ਸੀ। ਹਾਂਜੀ ਮੈਮ, ਜਦੋਂ ਮੈਂ ਵਾਪਸ ਆ ਗਈ ਸੀ ਹੈ ਨਾ, ਵੀਜ਼ਾ ਵੀ ਐਕਸਪਾਇਰ ਹੋ ਗਿਆ, ਲੋਕਾਂ ਨੇ ਬਹੁਤ ਗੱਲਾਂ ਕੀਤੀਆਂ ਹੈ ਨਾ, ਇੱਥੇ ਧੱਕੇ ਖਾਂਦੀ ਫਿਰਦੀ ਆ, ਪੈਸੇ ਖਰਾਬ ਕਰਤੇ ਇਹਨੇ, ਇਹ ਕੀਤਾ, ਬਹੁਤ ਕੁਛ ਬੋਲਿਆ ਮੈਮ। ਮੈਂ ਨਾ ਇੱਕ ਮਤਲਬ ਕਿ ਰੂਮ ਦੇ ਵਿੱਚ ਵੜ ਕੇ ਟਾਈਮ ਪਾਸ ਆਪਦੀ ਲਾਈਫ ਨੂੰ, ਫਿਰ ਮੈਂ ਸੋਚਿਆ ਕਿ ਮੈਂ ਕੀ ਕਰਾਂ ਇੱਦਾਂ ਦਾ ਵੀ ਮੈਂ ਬਿਜ਼ੀ ਰਹਿਣ ਲੱਗਾ ਹੈ ਨਾ। ਮੈਂ ਆਇਲਸ ਇੰਸਟਰਕਟਰ ਦੀ ਜੋਬ ਜੁਆਇਨ ਕਰ ਲਈ ਹੈ ਨਾ, ਸਾਡੇ ਇੱਥੇ ਮੋਗੀ 2 ਸਾਲ ਮੈਂ ਉਹ ਜੋਬ ਕਰਦੀ ਰਹੀ, ਚਲੋ ਬਿਜ਼ੀ ਹੋ ਗਈ ਹੈ ਨਾ। ਫਿਰ ਮੈਂ ਉੱਥੋਂ ਸੋਚਿਆ ਵੀ ਲੋਕ ਹਟਦੇ ਨਹੀਂ ਕਹਿਣੋਂ ਹੈ ਨਾ, ਵੀ ਮੈਂ ਫਿਰ ਵੀਜ਼ਾ ਲਵਾਵਾਂ। ਮੈਂ ਫਿਰ ਵੀਜ਼ੇ 'ਤੇ ਗਈ, ਮੈਂ ਵਿਜ਼ਟਰ ਵੀਜ਼ਾ ਆਸਟ੍ਰੇਲੀਆ ਫਿਰ ਚਲੀ ਗਈ। ਮੈਂ ਉਸ ਤੋਂ ਬਾਅਦ 3 ਵਾਰ ਗਈ ਹਾਂ। ਹਾਂਜੀ, ਮੈਂ ਉਹਨਾਂ ਨੂੰ ਇਹੀ ਦੱਸਿਆ ਕਿ ਮੈਂ ਜਾ ਸਕਦੀ ਹਾਂ, ਵੀ ਮੈਨੂੰ ਕਿਹੜਾ ਉੱਥੋਂ ਰੋਕਿਆ, ਚਾਹੇ ਮੈਨੂੰ ਕੋਈ ਡਿਪੋਰਟ ਕੀਤਾ ਹੋਇਆ। ਕਈ ਇਹ ਸਮਝਦੇ ਸੀ ਨਾ ਵੀ ਡਿਪੋਰਟ ਕਰਤਾ ਇਹਨੂੰ, ਮੈਨੂੰ ਇੱਦਾਂ ਦੀ ਕੋਈ ਨਹੀਂ ਸੀ। ਮੈਂ ਆਪਣੀ ਮਾਂ ਦੇ ਲਈ ਸਾਰਾ ਕੁਝ ਛੱਡਿਆ, ਅਤੇ ਮੈਂ ਕਹਿੰਦੀ ਵੀ ਮੇਰੇ ਵਰਗਾ ਕੋਈ ਬਣ ਵੀ ਨਹੀਂ ਸਕਦਾ, ਵੀ ਆਪਣੀ ਮਾਂ ਦੇ ਲਈ ਸਾਰਾ ਕੁਝ ਛੱਡਤਾ ਮੈਂ, ਅਤੇ ਕੋਈ ਕਰ ਵੀ ਨਹੀਂ ਸਕਦਾ ਇੱਦਾਂ, ਠੀਕ ਆ, ਵੀ ਵਾਪਸ ਆ ਜਾਊਗਾ ਕੋਈ ਆਪਦੇ ਡਰੀਮਸ ਛੱਡ ਕੇ ਹੈ ਨਾ। ਅਤੇ ਬਾਕੀ ਮੈਂ ਇਹੀ ਕਹਿਣਾ ਚਾਹੁੰਦੀ ਹਾਂ ਵੀ ਮਾਂ ਪਿਓ ਤੋਂ ਵੱਡੀ ਚੀਜ਼ ਤਾਂ ਕੋਈ ਹੈ ਹੀ ਨਹੀਂ ਦੁਨੀਆ 'ਤੇ। ਜੇ ਤੁਸੀਂ ਸੋਚਦੇ ਹੋਵੋਗੇ ਨਾ ਸਾਡੇ ਨਾਲ ਸਾਡਾ ਹਸਬੈਂਡ ਖੜ੍ਹ ਜੂ, ਚਾਹੇ ਸਾਡੇ ਫਲਾਨਾ ਬੰਦਾ ਖੜ੍ਹ ਜੂ, ਮੈਂ ਸਭ ਕੁਛ ਦੇਖ ਲਿਆ ਇਹ ਚੀਜ਼ਾਂ ਲਾਈਫ ਦੇ ਵਿੱਚ, ਕੋਈ ਨਹੀਂ ਖੜ੍ਹਦਾ ਹੈਗਾ। ਜਦੋਂ ਘਰ 'ਚ ਸਾਰੀ ਪ੍ਰੋਬਲਮ ਹੁੰਦੀ, ਤੁਸੀਂ ਦੱਸਿਆ ਵੀ ਬ੍ਰਦਰ ਨੂੰ ਨਹੀਂ ਦੱਸਣਾ ਹੈ ਨਾ, ਅੱਜ ਕਿਤੇ ਨਾ ਕਿਤੇ ਉਹ ਚੀਜ਼ ਫੀਲ ਹੁੰਦੀ ਕਿ ਜੇ ਕਿਤੇ ਭਰਾ ਨੂੰ ਦੱਸਿਆ ਹੁੰਦਾ ਤਾਂ ਉਹ ਮਾਂ ਨਾਲ ਆਖਰੀ ਪਲ ਬਿਤਾ ਲੈਂਦਾ? ਹਾਂਜੀ, ਫੀਲ ਬਹੁਤ ਹੁੰਦਾ। ਮੇਰਾ ਬ੍ਰਦਰ ਉਹਨਾਂ ਦੇ ਕਰਕੇ ਥੋੜ੍ਹਾ ਜਿਹਾ ਕਿ ਬਹੁਤ ਅਪਸੈਟ ਰਿਹਾ। ਹੁਣ ਤੱਕ ਉਹ ਰਾਤ ਨੂੰ ਸੌਂਦਾ ਤੱਕ ਨਹੀਂ ਗਾ, ਮਤਲਬ ਕਿ ਥੋੜ੍ਹਾ ਜਿਹਾ ਮੈਂ ਇੰਸਟਾਗ੍ਰਾਮ 'ਤੇ ਤਾਂ ਜ਼ਰੂਰ ਹੈਗੀ ਆ ਮੈਮ, ਹੁਣ ਉਹ ਇਹ ਚੀਜ਼ ਪਤਾ ਨਹੀਂ ਹੈਗੀ ਵੀ ਮੇਰੀ ਭੈਣ ਇੰਸਟਾਗ੍ਰਾਮ 'ਤੇ ਹੈਗੀ ਨਹੀਂ, ਠੀਕ ਆ। ਉਹਨੂੰ ਮੈਂ ਇਸ ਲਈ ਨਹੀਂ ਦੱਸਿਆ ਕਿਉਂਕਿ ਮੈਮ ਕਮੈਂਟਸ ਦੀ ਵਜ੍ਹਾ ਦੇ ਕਰਕੇ, ਕਿ ਮੇਰਾ ਭਰਾ ਕੱਲ੍ਹ ਨੂੰ ਮੇਰੀ ਆਈਡੀ ਦੇਖੂਗਾ, ਉਹ ਕਮੈਂਟਸ ਦੇਖੂਗਾ ਤਾਂ ਉਹਨੂੰ ਕੀ ਫੀਲ ਹੋਊਗਾ, ਕਿਉਂਕਿ ਉਹਨੂੰ ਪਤਾ ਮੇਰੀ ਭੈਣ ਸਹੀ ਆ, ਠੀਕ ਆ। ਜਿਹੜੇ ਆਪਾਂ ਨੂੰ ਕਮੈਂਟਸ ਗਲਤ ਕਰਦੇ ਆ ਉਹ ਲੋਕਾਂ ਬਾਰੇ ਆਪਾਂ ਕੁਛ ਨਹੀਂ ਕਹਿ ਸਕਦੇ ਹੈ ਨਾ। ਮੈਂ ਉਹਨੂੰ ਦੱਸਿਆ ਹੀ ਨਹੀਂ। ਜਦੋਂ ਹੁਣ ਮੇਰੀ ਭਾਬੀ ਕਈ ਵਾਰੀ ਮੇਰੀ ਵੀਡੀਓ ਦੇਖ ਲੈਂਦੀ ਨਾ, ਫੇਸਬੁੱਕ 'ਤੇ ਕਿਸੇ ਨੇ ਗਲਤ ਕੈਪਸ਼ਨ ਪਾ ਕੇ ਲਿਖਿਆ ਹੁੰਦਾ ਕਿ ਇਹ ਜਨਾਨੀਆਂ ਘਰੋਂ ਕੱਢੀਆਂ ਹੋਈਆਂ, ਇਹਨਾਂ ਦੇ ਬੰਦੇ ਨਹੀਂ ਰੋਕਦੇ, ਵੀ ਟੋਕਦੇ ਹੈਗੇ, ਇਹਨਾਂ ਨੂੰ ਕੋਈ ਸ਼ਰਮ ਹਜਾ ਨਹੀਂ ਹੈਗੀ, ਤਾਂ ਉਦੋਂ ਮਤਲਬ ਕਿ ਮੈਂ ਆਪਦੀ ਭਾਬੀ ਨੂੰ ਇਹ ਗੱਲ ਕਹਿ ਦਿੰਦੀ ਹੁੰਦੀ ਹਾਂ ਵੀ ਫਟਾਫਟ ਇਹ ਆਈਡੀ ਬਲੌਕ ਕਰ ਦੇ, ਵੀ ਮੇਰਾ ਭਰਾ ਦੇਖ ਨਾ ਲਵੇ।
ਵੀ ਮੈਂ ਮਤਲਬ ਕਿ ਹੈ ਮੇਰੇ ਤੋਂ 3 ਸਾਲ ਛੋਟਾ, ਪਰ ਮੈਨੂੰ ਉਹ ਤੋਂ ਡਰ ਬਹੁਤ ਆ ਵੀ ਹੁੰਦਾ ਹੀ ਮਨ 'ਚ ਹੈ ਨਾ ਆਪਦੇ ਭੈਣ ਭਰਾ ਦਾ। ਤਾਂ ਜਿਹੜੀਆਂ ਫੇਕ ਆਈਡੀਜ਼ ਆ, ਮੈਨੂੰ ਉਹਨਾਂ ਦੀ ਇਹ ਸਮਝ ਨਹੀਂ ਲੱਗਦੀ ਮੈਮ ਵੀ ਉਹ ਚਾਹੁੰਦੇ ਕੀ ਆ। ਅਤੇ ਜਿਹੜੇ ਪੇਜਸ ਆ ਉਹਨਾਂ ਨੇ ਤਾਂ ਜਮਾਂ ਹੀ ਹੱਦ ਮੁਕਾਈ ਪਈ ਆ। ਮੈਂ ਉਹਨਾਂ ਦੇ ਨਾਮ ਤਾਂ ਨਹੀਂ ਲੈਣਾ ਚਾਹੁੰਦੀ, ਤੁਹਾਨੂੰ ਪਤਾ ਨਾਮ ਲੈ ਕੇ ਫੇਮਸ ਤਾਂ ਕਰਨਾ ਨਹੀਂ ਚਾਹੁੰਦੀ ਮੈਂ ਉਹਨਾਂ ਨੂੰ, ਹੈ ਪੇਜ ਇੱਦਾਂ ਦੇ ਨਿਗਾਹ 'ਚ ਹੈਗੇ ਆਪਣੇ। ਪਰ ਉਹ ਕੀ ਕਰਦੇ ਆ, ਗਲਤ ਸੌਂਗ ਲਾ ਲੈਂਦੇ ਆ, ਕੈਪਸ਼ਨ ਲਿਖਦੇ ਆ ਗਲਤ। ਅਤੇ ਤੁਸੀਂ ਮੈਨੂੰ ਉਹਨਾਂ ਦੀ ਇਹ ਸਮਝ ਨਹੀਂ ਆਉਂਦੀ ਵੀ ਜਿਹੜੀਆਂ ਕੁੜੀਆਂ ਦੀ ਤੁਸੀਂ ਵੀਡੀਓਜ਼ ਪਾ ਕੇ ਖੁਦ ਆਪਦੇ ਪੇਜ ਚਲਾਉਣੇ ਹੋ, ਰੀਚ ਵਧਾਉਣੇ ਆ ਆਪਦੇ ਪੇਜ ਦੀ, ਠੀਕ ਆ, ਅਤੇ ਉਹਨਾਂ ਕੁੜੀਆਂ ਨੂੰ ਤੁਸੀਂ ਗਲਤ ਬੋਲ ਰਹੇ ਹੋ। ਵੀ ਜੇ ਤੁਹਾਡੇ 'ਚ ਖੁਦ 'ਚ ਦਮ ਹੈਗਾ ਨਾ, ਅਤੇ ਤੁਸੀਂ ਖੁਦ ਦੀਆਂ ਵੀਡੀਓਜ਼ ਬਣਾ ਪਾਓ। ਇੱਕ ਤਾਂ ਤੁਸੀਂ ਉਹਨਾਂ ਦੀ ਵੀਡੀਓਜ਼ ਪਾ ਕੇ ਆਪਦੇ ਪੇਜ ਚਲਾ ਰਹੇ ਹੋ, ਉੱਪਰੋਂ ਤੁਸੀਂ ਉਹਨਾਂ ਨੂੰ ਗਲਤ ਲਿਖ ਰਹੇ ਹੋ। ਬਟ ਮੈਂ ਸਾਰੇ ਪੇਜਸ ਨੂੰ ਇਹ ਗੱਲ ਨਹੀਂ ਕਹਿ ਰਹੀ, ਮੇਰੇ ਨਾਲ ਵੀ ਬਹੁਤ ਜ਼ਿਆਦਾ ਇੱਦਾਂ ਦੇ ਪੇਜਸ ਹੈਗੇ ਆ, ਬਹੁਤ ਵਧੀਆ ਚੱਲ ਰਹੇ ਆ, ਉਹ ਵਧੀਆ ਤਰੀਕੇ ਨਾਲ ਉਹ ਵੀਡੀਓਜ਼ ਪਾਉਂਦੇ ਸਾਡੀਆਂ, ਹੈ ਨਾ, ਕੁੜੀਆਂ ਦੀ। ਖੁਦ ਅਸੀਂ ਆਪਦੀਆਂ ਕਹਿ ਕੇ ਵੀ ਵੀਡੀਓਜ਼ ਪਵਾ ਲਈ ਦੀਆਂ ਕਈ ਵਾਰੀ ਵੀ ਵਧੀਆ ਪੇਜ ਚੱਲ ਰਿਹਾ ਇਹਨਾਂ ਦਾ, ਹੈ ਨਾ। ਪਰ ਇਹ ਥੋੜ੍ਹੀ ਹੁੰਦਾ ਵੀ ਤੁਸੀਂ ਕਿਸੇ ਦੀ ਧੀ ਭੈਣ ਨੂੰ ਗਲਤ ਬੋਲਦੇ ਹੋ, ਹੈ ਨਾ। ਜੇ ਉਹਨਾਂ ਨੂੰ ਬਲੌਕ ਕਰ ਦਿਓ ਤਾਂ ਹੋਰ ਆਈਡੀ ਬਣਾ ਲੈਂਦੇ ਆ ਮੈਮ। ਮੈਨੂੰ ਲੱਗਦਾ ਉਹ ਹੈਗੇ ਹੀ ਵਿਹਲੇ ਇਹਨਾਂ ਕੰਮਾਂ ਨੂੰ। ਕਮੈਂਟਸ ਕਿਵੇਂ ਦੇ ਕਰਦੇ ਨੇ ਲੋਕ? ਕਮੈਂਟਸ ਇੱਦਾਂ ਦੇ ਵੀ ਬਸ ਇਹਨਾਂ ਨੂੰ ਹੋਰ ਕੋਈ ਕੰਮ ਨਹੀਂ ਹੈਗਾ, ਇੱਕੋ ਹੀ ਕੰਮ ਫੜਿਆ ਇਹਨਾਂ ਨੇ ਕੰਜਰਪੁਣੇ ਫੜੇ ਹੋਏ ਆ, ਠੀਕ ਆ। ਅਤੇ ਇਹਨਾਂ ਨੂੰ ਕੋਈ ਪੁੱਛਦਾ ਨਹੀਂ ਹੈਗਾ ਘਰੇ, ਇਹ ਅਵਾਰਾ ਫਿਰਦੀਆਂ ਨੇ। ਮੈਂ ਉਹਨਾਂ ਨੂੰ ਇਹੀ ਦੱਸਣਾ ਚਾਹੁੰਦੀ ਵੀ ਅਵਾਰਾ ਕੋਈ ਨਹੀਂ ਹੈਗਾ, ਸਭ ਵੀਡੀਓਜ਼ ਘਰਦਿਆਂ ਦੇ ਸਾਹਮਣੇ ਬਣਾਉਂਦੇ ਹਾਂ ਅਸੀਂ, ਹੈ ਨਾ, ਸਭ ਨੂੰ ਪਤਾ ਹੀ ਆ। ਬਟ ਫੇਕ ਆਈਡੀਜ਼ ਵਾਲਿਆਂ ਨੇ ਮੈਨੂੰ ਪਰੇਸ਼ਾਨ ਕੀਤਾ। ਮੈਨੂੰ ਮੇਰਾ ਕੋਈ ਰਿਸ਼ਤੇਦਾਰ ਨਹੀਂ ਕਹਿੰਦਾ ਵੀ ਤੂੰ ਗਲਤ ਕਰਦੀ ਆ, ਗਲਤ ਵੀਡੀਓਜ਼ ਪਾ ਰਹੀ ਆ, ਚਾਹੇ ਕੁਛ। ਦੇਖੋ, ਇੱਕ ਜੇ ਕੁੜੀ ਜੀਨ ਦੇ ਵਿੱਚ ਵੀਡੀਓ ਪਾ ਲੈਂਦੀ ਆ, ਫਿਰ ਵੀ ਕਹਿ ਦੇਣਗੇ ਤੂੰ ਆਹ ਦਿਖਾਉਣੀ ਆ, ਤੂੰ ਉਹ ਦਿਖਾਉਣੀ। ਮੈਨੂੰ ਇਹ ਸਮਝ ਨਹੀਂ ਲੱਗਦੀ ਵੀ ਉਹਨਾਂ ਦੀਆਂ ਭੈਣਾਂ ਨਹੀਂ ਪਾਉਂਦੀਆਂ ਜੀਨਸ, ਡਰੈਸ ਪਾਉਂਦੀਆਂ, ਸਾਰਾ ਕੁਛ ਪਾਉਂਦੀਆਂ। ਜੇ ਕੋਈ ਹੋਰ ਕੁੜੀ ਪਾਉਂਦੀ ਆ, ਤੁਹਾਨੂੰ ਦਿਖਾਉਂਦਾ ਲੱਗਦਾ ਵੀ ਉਹ ਦਿਖਾ ਰਹੀ ਆ ਕੁਛ। ਮੈਨੂੰ ਤਾਂ ਇਹ ਸਮਝ ਨਹੀਂ ਆਉਂਦੀ ਵੀ ਹੁਣ ਬੁਰਕੇ ਪਾ ਕੇ ਵੀਡੀਓਜ਼ ਬਣਾ ਲਿਆ ਕਰਨ ਕੁੜੀਆਂ, ਇਹੀ ਰਹਿ ਗਿਆ ਮਗਰ। ਤਾਂ ਫਿਰ ਜੇ ਸੂਟ 'ਚ ਨਹੀਂ ਤੁਸੀਂ ਪਸੰਦ ਕਰਦੇ ਤਾਂ ਕਈ ਵਾਰੀ ਮੈਮ ਜੀਨ 'ਚ ਵੀਡੀਓ ਪਾ ਦੇਈ ਦੀ ਨਾ, ਤਾਂ ਮੈਂ ਕਮੈਂਟਸ ਹੀ ਆਫ ਕਰ ਦਿੰਦੀ ਉਹਨਾਂ ਤੋਂ ਡਰਦੀ ਕਿ ਕਮੈਂਟਸ ਹੀ ਆਫ ਕਰ ਦਿਓ ਵੀ ਕੋਈ ਫਾਇਦਾ ਨਹੀਂ ਹੈਗਾ ਇਹਨਾਂ ਨਾਲ ਜਦਾਈ ਕਰਨ ਦਾ। ਇੱਕ ਤੋਂ ਉਹਨਾਂ ਨੂੰ ਬਲੌਕ ਕਰੋ, ਦੂਜੀ ਆਈਡੀ ਮਿੰਟ 'ਚ ਬਣਾ ਲੈਂਦੇ ਆ, ਫਿਰ ਉੱਥੋਂ ਬਲੌਕ ਕਰੋ, ਫਿਰ ਕਮੈਂਟਸ 'ਚ ਨਹੀਂ ਕਰਨਗੇ ਵੀਡੀਓ, ਅਤੇ ਫਿਰ ਰਿਕੁਐਸਟਾਂ 'ਚ ਚਲੇ ਜਾਣਗੇ। ਫਿਰ ਰਿਕੁਐਸਟ 'ਚ ਜਾ ਕੇ ਕਹਿਣਗੇ ਤੁਹਾਨੂੰ ਪ੍ਰਮੋਸ਼ਨ ਵਾਲੇ ਕਿੰਨੇ ਪੈਸੇ ਦਿੰਦੇ ਆ, 500 ਦਿੰਦੇ ਆ, 1000 ਦਿੰਦੇ ਆ, ਸਾਡੇ ਨਾਲ ਤੁਸੀਂ ਆਓ ਤੁਹਾਨੂੰ ਲੱਖ ਰੁਪਈਏ ਦਿੰਦੇ, 50,000 ਦਿੰਦੇ ਆ। ਮੈਂ ਉਹਨਾਂ ਨੂੰ ਇਹੀ ਮੈਸੇਜ ਦੇਣਾ ਚਾਹੁੰਦੀ ਹਾਂ ਵੀ ਇਹ ਚੀਜ਼ਾਂ ਨਾ ਬੋਲਿਆ ਕਰੋ ਕਿਸੇ ਕੁੜੀ ਨੂੰ ਵੀ, ਜਿਹੜੀ ਇਹਦਾ ਮਤਲਬ ਇਹ ਨਹੀਂ ਹੈਗਾ ਜੇ ਕੋਈ ਕੁੜੀ ਇੰਸਟਾਗ੍ਰਾਮ 'ਤੇ ਵੀਡੀਓਜ਼ ਪਾ ਰਹੀ ਆ ਉਹ ਗਲਤ ਫੈਮਿਲੀ ਤੋਂ ਆ, ਚਾਹੇ ਗਲਤ ਤੁਰੀ ਫਿਰਦੀ ਆ। ਪਰ ਜੇ ਕੁੜੀ ਕੋਈ ਗਲਤ ਹੈਗੀ ਵੀ ਆ ਤਾਂ ਤੁਹਾਡਾ ਕਿਸੇ ਦਾ ਮਤਲਬ ਨਹੀਂ ਬਣਦਾ ਉਹਨੂੰ ਕਿਸੇ ਨੂੰ ਗਲਤ ਕਹਿਣ ਦਾ, ਕਿਸੇ ਦੇ ਕਰੈਕਟਰ 'ਤੇ ਉਂਗਲੀ ਉਠਾਉਣ ਦਾ। ਚਾਹੇ ਕੋਈ ਸਹੀ ਹੈ ਕੋਈ ਗਲਤ, ਉਹ ਆਪਣੇ ਸਿਰ 'ਤੇ ਕਰ ਰਿਹਾ, ਆਪਣੇ ਦਮ 'ਤੇ ਕਰ ਰਿਹਾ। ਜੇ ਤੁਹਾਨੂੰ ਚਲੋ ਕਿਸੇ ਦੀ ਵੀਡੀਓ ਪ੍ਰੋਫਾਈਲ ਨਹੀਂ ਵਧੀਆ ਲੱਗਦੀ, ਤੁਸੀਂ ਉਸ ਚੀਜ਼ ਨੂੰ ਇਗਨੋਰ ਕਰ ਦਿਓ। ਜੇ ਤੁਸੀਂ ਕਿਸੇ ਨੂੰ ਸਹੀ ਨਹੀਂ ਬੋਲ ਸਕਦੇ, ਤੁਹਾਡਾ ਮਤਲਬ ਹੀ ਨਹੀਂ ਬਣਦਾ ਤੁਸੀਂ ਕਿਸੇ ਨੂੰ ਗਲਤ ਬੋਲੋ। ਤੁਸੀਂ ਹੁੰਨੇ ਕੌਣ ਆ ਕਿਸੇ ਨੂੰ ਗਲਤ ਕਹਿਣ ਵਾਲੇ, ਹੈ ਨਾ। ਬਸ ਇਹੀ ਮੈਮ ਫੇਕ ਆਈਡੀਜ਼ ਵਾਲਿਆਂ ਦਾ ਬਹੁਤ ਬੁਰਾ ਹਾਲ ਹੈ। ਫਰਸਟ੍ਰੇਸ਼ਨ ਹੁੰਦੀ ਕਈ ਵਾਰੀ ਕਿ ਦਿਲ ਕਰਦਾ ਸਾਰਾ ਕੁਝ ਬੰਦ ਕਰ ਕੇ ਬਹਿ ਜਾਈਏ ਆਰਾਮ ਨਾਲ? ਬਹੁਤ ਹੁੰਦਾ ਕਈ ਵਾਰੀ। ਮੈਂ ਮਤਲਬ ਕਿ ਮੇਰਾ ਫਰੈਂਡ ਸਰਕਲ ਬਣਿਆ ਹੋਇਆ ਸਾਡਾ ਨਾ 4 ਕੁੜੀਆਂ ਦਾ 5 ਦਾ ਗਰੁੱਪ ਬਣਿਆ ਹੋਇਆ। ਇੱਕ ਪਲਕੂ ਹੈਗੀ ਆ, ਪਲਕੂ ਲੁਬਾਣਾ, ਗਗਨਦੀਪ ਮੁਕੇਰੀਆਂ ਤੋਂ, ਅਤੇ ਸੁੱਖ ਵੀ ਮੋਗੇ ਤੋਂ ਆ, ਅਤੇ ਰਮਨ ਸੰਧੂ ਹੈਗੀ ਕੁੜੀ, ਹੈ ਨਾ। ਅਸੀਂ 4-5 ਦਾ ਗਰੁੱਪ ਬਣਿਆ ਹੋਇਆ। ਅਸੀਂ ਨਾ ਸਕਰੀਨਸ਼ਾਟ ਭੇਜਦੇ ਹੁੰਦੇ, ਉਹ ਕਹਿਣਗੇ ਵੀ ਮੈਨੂੰ ਕਹਿਣਗੇ ਨਵੀਂ ਵੀ ਤੈਨੂੰ ਵੀ ਕੋਈ ਇੱਦਾਂ ਬੋਲਦਾ। ਮੈਂ ਕਿਹਾ ਨਹੀਂ, ਮੈਨੂੰ ਤਾਂ ਫੁੱਲ ਪਾਉਂਦੇ ਆ ਵੀ ਤੁਹਾਨੂੰ ਹੀ ਵੀ ਮੈਨੂੰ ਕਿਹੜਾ ਫੁੱਲ ਪਾਉਣਗੇ, ਮੈਂ ਵੀ ਇੱਥੇ ਹੀ ਹਾਂ, ਤੁਹਾਡੇ ਨਾਲ ਹੀ ਮੈਂ ਆ, ਹੈ ਨਾ। ਕਹਿਣਗੇ ਤੁਹਾਨੂੰ ਇਸ ਆਈਡੀ ਨੇ। ਮੈਂ ਕਿਹਾ ਮੇਰਾ ਤਾਂ ਆਪ ਬਹੁਤ ਬੁਰਾ ਹਾਲ ਕੀਤਾ ਇਹਨਾਂ ਨੇ। ਮੈਂ ਕਿਹਾ ਮੇਰਾ ਦਿਲ ਕਰਦਾ ਵੀ ਮੈਂ ਆਪਦੀ ਆਈਡੀ ਸਾਰਾ ਬਲੌਕ ਮਾਰ ਕੇ ਸਭ ਕੁਝ ਖਤਮ ਕਰਦਾ। ਫਿਰ ਇੱਕ ਦੂਜੇ ਨੂੰ ਅਸੀਂ ਹੌਸਲਾ ਦੇਵਾਂਗੇ ਵੀ ਨਹੀਂ ਇੱਦਾਂ ਨਹੀਂ ਕਰਨਾ, ਇਹ ਲੋਕ ਚਾਹੁੰਦੇ ਇੱਦਾਂ ਵੀ ਬੰਦ ਹੋਵੇ, ਇਹ ਕੁਛ ਕਰਨ ਨਾ ਅੱਗੇ, ਹੈ ਨਾ। ਅਤੇ ਫਿਰ ਚੁੱਪ ਕਰ ਜਾਈਦਾ ਵੀ ਨਹੀਂ ਵੀ ਵੀਡੀਓ ਪਾਉਣੀ ਆ ਆਪਾਂ ਕੱਲ੍ਹ ਨੂੰ ਜ਼ਰੂਰ, ਆਪਣੇ ਵੀਡੀਓ ਪ੍ਰਮੋਸ਼ਨ ਵਾਲੀ ਪਈ ਉਹ ਪਾਉਣੀ ਆ, ਅਤੇ ਇੱਦਾਂ ਨਹੀਂ ਕਰਨਾ ਹੈਗਾ। ਫਿਰ ਇੱਕ ਦੂਜੇ ਨੂੰ ਹੌਸਲਾ ਦੇ ਦਿੱਤਾ। ਫਿਰ ਕਹਿ ਦਈਦਾ ਵੀ ਇਹ ਦੁਨੀਆ, ਮੈਂ ਇੱਕ ਗੱਲ ਹੋਰ ਕਰਨਾ ਚਾਹੁੰਦੀ, ਇਹ ਦੁਨੀਆ ਨੇ ਨਾ, ਉਹ ਸਿੱਧੂ ਮੂਸੇ ਵਾਲਾ ਬੱਚਾ ਸੀ ਇੱਕ, ਉਹ ਮੇਰੇ ਤੋਂ ਤਾਂ ਛੋਟਾ ਸੀਗਾ, ਹੈ ਨਾ, ਉਹ ਵੀ ਮਰਵਾਤਾ ਇਹਨਾਂ ਗੱਲਾਂ ਕਰਕੇ ਮਰਿਆ ਉਹ।
ਦੇਖੋ ਤੁਸੀਂ ਉਹ ਬੰਦੇ ਦੀਆਂ ਵੀ ਗੱਲਾਂ ਹੁੰਦੀਆਂ ਸੀਗੀਆਂ, ਠੀਕ ਆ, ਉਹਦੇ ਕਾਰਟੂਨ ਬਣਾਉਣੇ ਲੋਕਾਂ ਨੇ ਇਹ ਆਈਡੀਜ਼ ਵਾਲੇ ਹੀ ਬਣਾਉਂਦੇ ਸੀ, ਹੋਰ ਕਿਹਨੇ ਬਣਾਉਣੇ ਆ, ਠੀਕ ਆ। ਉਹ ਬੰਦੇ ਨੂੰ ਛੱਡਿਆ ਨਹੀਂ, ਮਾਰ ਕੇ ਸਾਹ ਲਿਆ ਲੋਕਾਂ ਨੇ, ਠੀਕ ਆ। ਇੱਕ ਉਹ ਫੇਮਸ ਹੋਇਆ ਸੀ ਤਾਂ ਕਰਕੇ ਉਹਦੇ ਨਾਲ ਇਹ ਕੁਛ ਹੋਇਆ। ਤੁਸੀਂ ਇਹ ਸੋਚੋ ਵੀ ਉਹ ਇੱਕ ਹੈ ਨਾ ਮਾਂ ਦਾ ਪੁੱਤ ਸੀਗਾ ਤੇ ਆਪਣੀ ਇੰਡੀਆ ਦਾ ਵੀ ਨਾਂ ਉਹਨੇ ਬਣਾਇਆ ਸੀ। ਦੇਖੋ ਕਿੱਥੋਂ ਤੱਕ YouTube ਤੇ ਉਹਦਾ ਫਸਟ ਨੰਬਰ ਤੇ ਆ ਰਿਹਾ ਹੈ ਨਾ ਹੁਣ ਵੀ, ਆਫਟਰ ਡੈਥ ਵੀ। ਤੇ ਪਰ ਮੈਂ ਸੋਚਦੀ ਹਾਂ ਵੀ ਅਸੀਂ ਤਾਂ ਹੈ ਕੀ ਆ, ਠੀਕ ਆ। ਉਹ ਬੰਦੇ ਨੂੰ ਨਹੀਂ ਛੱਡਿਆ ਇਹਨਾਂ ਨੇ, ਉਹਨੇ ਵੀ ਤਾਂ ਸਾਰਾ ਕੁਝ ਮੈਮ ਛੱਡਿਆ ਸੀ ਨਾ, ਉਹਨੇ ਵੀ ਬਾਹਰ ਦਾ ਸਾਰਾ ਕੁਝ ਛੱਡ ਕੇ ਇੰਡੀਆ 'ਚ ਰਹਿ ਰਿਹਾ ਸੀ, ਹੈ ਨਾ। ਇੱਕ ਬਸ ਮਾਰਿਆ ਉਹਨੂੰ ਲੋਕਾਂ ਨੇ। ਮੈਂ ਤਾਂ ਇਹੀ ਸੱਚ ਕਹਿੰਦੀ ਵੀ ਲੋਕਾਂ ਨੇ ਹੀ ਮਰਵਾਇਆ। ਪਹਿਲਾਂ ਤਾਂ ਦੇਖੋ ਉਹਦੇ ਮਿਊਜ਼ਿਕ ਸਾਰੇ ਆਪਾਂ ਸੁਣਦੇ ਰਹੇ, ਠੀਕ ਆ। ਫਿਰ ਐਂਡ 'ਤੇ ਆ ਕੇ ਜਦੋਂ ਉਹਨੇ ਵੀ ਪੋਲੀਟਿਕ ਦੇ ਵਿੱਚ ਉਹ ਬੰਦਾ ਗਿਆ, ਉਹਦੀ ਮਰਜ਼ੀ ਸੀ, ਉਹਦੀ ਲਾਈਫ, ਉਹ ਕੁਛ ਵੀ ਕਰ ਸਕਦਾ, ਹੈ ਨਾ। ਉਹਨੂੰ ਟੌਰਚਰ ਲੋਕਾਂ ਨੇ ਬਹੁਤ ਕੀਤਾ, ਤੂੰ ਇੱਦਾਂ ਕਰਦਾ, ਤੂੰ ਉੱਦਾਂ ਕਰਦਾ, ਦੱਸ ਉਹ ਕੀ ਕਰਦਾ। ਉਹਦੀ ਕੋਈ ਲਾਈਫ ਨਹੀਂ ਰਹੀ। ਜੇ ਉਹ ਮਿਊਜ਼ਿਕ ਦੇ ਵਿੱਚ ਉਸ ਸਿੰਗਰ ਹੈ ਇੱਕ, ਠੀਕ ਆ, ਉਹ ਸੌਂਗ ਵੀ ਗਾ ਸਕਦਾ, ਜੇ ਉਹਦਾ ਦਿਲ ਕਰਦਾ ਉਹ ਹੋਰ ਕੋਈ ਵੀ ਕੰਮ ਕਰ ਸਕਦਾ, ਹੈ ਨਾ। ਪ੍ਰੋਫੈਸ਼ਨਲ ਆ, ਕੋਈ ਵੀ ਚੂਜ਼ ਕਰ ਸਕਦੇ ਆ ਆਪਾਂ, ਹੈ ਨਾ, ਆਪਣੀ ਮਰਜ਼ੀ ਹੁੰਦੀ ਆ। ਬਟ ਉਹ ਬੰਦੇ ਨੂੰ ਇਹਨਾਂ ਨੇ ਮਾਰ ਕੇ ਸਾਹ ਲਿਆ, ਛੱਡਿਆ ਨਹੀਂ ਉਹਨੂੰ, ਖ਼ਤਮ ਕਰਕੇ ਫਿਰ ਹੁਣ ਬਹਿ ਗਏ ਆਰਾਮ ਨਾਲ। ਪਰ ਇਹਨਾਂ ਨੂੰ ਆਈ ਨਹੀਂ ਪਤਾ ਵੀ ਬਹੁਤ ਜ਼ਿਆਦਾ ਘਾਟਾ ਪਿਆ। ਉਹ ਬੰਦਾ ਚਲੋ ਮੈਨੂੰ ਨਹੀਂ ਪਤਾ ਵੀ ਕਿਹਨੇ ਕੀਤਾ ਕਿਹਨੇ ਨਹੀਂ ਆ, ਬਟ ਜਿਹਨੇ ਵੀ ਕੀਤਾ ਬਹੁਤ ਗਲਤ ਕੀਤਾ। ਚਲੋ ਠੀਕ ਆ, ਉਹਨੇ ਸਿਰਫ ਇੱਕ ਫੇਮਸ ਹੋਇਆ ਤਾਂ ਹੀ ਉਹਦੇ ਨਾਲ ਇਹ ਕੁਛ ਹੋਇਆ। ਅਸੀਂ ਇਹ ਉਹਦੀ ਐਗਜ਼ਾਮਪਲ ਹੀ ਲੈਂਦੇ ਹੁੰਦੇ ਹਾਂ ਸਿੱਧੂ ਬਾਈ ਦੀ, ਵੀ ਉਹਨੂੰ ਮਾਰਤਾ ਤੇ ਆਪਾਂ ਤਾਂ ਹੈ ਕੀ ਚੀਜ਼ਾਂ। ਕੋਈ ਗੱਲ ਨਹੀਂ, ਆਪਾਂ ਨੂੰ ਗਲਤ ਬੋਲਦੇ ਆ ਤਾਂ ਲੋਕ ਬੋਲ ਲੈਣ ਦਿਓ, ਇਗਨੋਰ। ਹੁਣ ਤਾਂ ਮੈਂ ਇਗਨੋਰ ਕਰਦੀ, ਮੈਂ ਟੈਨਸ਼ਨ ਨਹੀਂ ਲੈਂਦੀ ਮੈਮ, ਟੈਨਸ਼ਨ ਲੈਣੀ ਛੱਡੀ ਹੋਈ ਅਸੀਂ ਕਿ ਜਿਹੜਾ ਬੋਲਦਾ ਉਹ ਆਪਣੀ ਫੈਮਿਲੀ ਬਾਰੇ ਦੱਸਦਾ ਹੁੰਦਾ ਆਪਾਂ ਨੂੰ, ਮੈਂ ਕਿੱਦਾਂ ਦੀ ਫੈਮਿਲੀ ਤੋਂ ਹੈਗਾ ਸੀਗਾ। ਇੱਕ ਗੱਲ ਤੁਸੀਂ ਇਹ ਵੀ ਦੱਸਦੇ ਸੀਗੇ ਕਿ ਫੇਕ ਆਈਡੀਜ਼ ਤੋਂ ਇਨਡਾਇਰੈਕਟਲੀ ਕੰਪਰੋਮਾਈਜ਼ ਕਰਨ ਨੂੰ ਵੀ ਬੜੀ ਵਾਰੀ ਕਿਹਾ ਗਿਆ। ਇੱਕ ਤੁਹਾਡੇ ਨਾਲ ਇਨਸੀਡੈਂਟ ਵੀ ਹੋਇਆ ਸੀਗਾ। ਹਾਂਜੀ, ਉਹ ਮੈਮ ਹੈਪਨ ਹੁੰਦੇ ਰਹਿ ਗਿਆ ਸੀਗਾ, ਜਿੱਦਾਂ ਮੈਨੂੰ ਪਤਾ ਲੱਗ ਗਿਆ ਸੀਗਾ। ਰਾਈਜਦਾਰ ਸਰ ਤੁਸੀਂ ਜਾਣਦੇ ਹੋਣੇ ਆ, ਹੈ ਨਾ, ਵਧੀਆ ਸਿੰਗਰ ਸੀਗੇ ਉਹ, ਪਹਿਲਾਂ ਵੀ ਹੁਣ ਵੀ ਉਹਨਾਂ ਦੇ ਸੌਂਗਸ ਆਉਂਦੇ ਆ, ਹੈ ਨਾ, ਬਹੁਤ ਜ਼ਿਆਦਾ। ਅਤੇ ਉਹਨਾਂ ਮੈਨੂੰ ਕਿਸੇ ਦਾ ਮੈਸੇਜ ਆਇਆ, ਉਦੋਂ ਮੈਂ ਇੰਸਟਾਗ੍ਰਾਮ 'ਤੇ ਹਜੇ ਨਵੀਂ ਆਈ ਸੀ ਅਤੇ ਵੀਡੀਓਜ਼ ਵਾਇਰਲ ਹੋ ਗਈਆਂ ਸੀਗੀਆਂ ਜ਼ਿਆਦਾ ਮੇਰੀਆਂ, ਮੈਨੂੰ ਹਜੇ 5-6 ਮਹੀਨੇ ਹੋਏ, ਜ਼ਿਆਦਾ ਟਾਈਮ ਨਹੀਂ ਹੋਇਆ। ਅਤੇ ਉਹ ਬੰਦਾ ਮੈਨੂੰ ਕਹਿੰਦਾ ਕਿ ਇੱਦਾਂ ਕਰਕੇ ਮੈਮ ਉਹਨੇ ਨਾ ਬਿਲਕੁਲ ਸੱਚ ਜਿਵੇਂ ਸਾਰੀਆਂ ਚੀਜ਼ਾਂ ਮੇਰੇ ਸਾਹਮਣੇ ਰੱਖਤੀਆਂ, ਠੀਕ ਆ, ਕਿ ਇੱਦਾਂ ਹੁੰਦਾ ਸ਼ੂਟਿੰਗ ਲਈ, ਤੁਹਾਨੂੰ ਸੌਂਗ ਲਈ। ਮੈਂ ਆਪਦੇ ਦਿਮਾਗ 'ਚ ਸੋਚਿਆ ਵੀ ਚਲੋ ਮੇਰੀ ਪ੍ਰੋਫਾਈਲ ਵਧੀਆ ਬਣ ਜੂਗੀ, ਹੈ ਨਾ। ਪਹਿਲਾਂ ਤਾਂ ਉਹ ਬੰਦੇ ਨੇ ਮੈਨੂੰ ਇੱਦਾਂ ਕਿਹਾ ਵੀ ਕੰਪਰੋਮਾਈਜ਼ ਹੁੰਦੇ ਆ ਇਹਦੇ 'ਚ, 2 ਚੀਜ਼ਾਂ ਹੁੰਦੀਆਂ। ਇੱਕ ਤਾਂ ਤੁਹਾਨੂੰ 2-3 ਚੀਜ਼ਾਂ ਹੁੰਦੀਆਂ, ਇੱਕ ਇਨਵੈਸਟ ਕਰੋ, ਠੀਕ ਆ, ਤੁਸੀਂ ਖੁਦ ਗਾਣੇ ਦੇ ਵਿੱਚ ਆਉਣ ਲਈ, ਅਤੇ ਇੱਕ ਮਤਲਬ ਕਿ ਤੁਹਾਨੂੰ ਪੇ ਕਰਨੇ। ਮੈਨੂੰ ਕਹਿੰਦੇ, ਮੈਂ ਕਿਹਾ ਇਹ ਕੰਪਰੋਮਾਈਜ਼ ਹੋ ਗਿਆ ਪ੍ਰੋਡਿਊਸਰ ਡਾਇਰੈਕਟਰਾਂ ਦੇ ਨਾਲ, ਠੀਕ ਆ, ਸੌਣਾ। ਮੈਂ ਕਿਹਾ ਬਾਈ ਦੇਖ ਲਾ, ਤਿੰਨੇ ਕੰਮ ਹੀ ਨਹੀਂ ਹੋਣੇ ਵੀ। ਮੈਂ ਨਾ ਇਹੋ ਜਿਹੀ ਕੁੜੀ ਹੈਗੀ, ਨਾ ਮੈਨੂੰ ਲੋੜ ਆ, ਠੀਕ ਆ। ਉਹ ਮਗਰ ਹੀ ਪਿਆ ਰਿਹਾ ਮੈਮ, ਹਟਿਆ ਨਹੀਂ, ਠੀਕ ਆ। ਮੈਂ ਕਿਹਾ ਚੱਲ ਠੀਕ ਆ, ਕੋਈ ਗੱਲ ਨਹੀਂ, ਜਦ ਤੇਰੀ ਸ਼ੂਟਿੰਗ ਹੋਊਗੀ ਦੱਸ ਦੀ। ਮੈਂ ਕਿਹਾ ਰਾਈਜਦਾਰ ਸਰ ਨਾਲ ਗੱਲ ਤਾਂ ਕਰਵਾ, ਅਤੇ ਉਹਨੇ ਮੈਨੂੰ ਲਾ ਤੇ ਬਹਾਨੇ। ਫਿਰ ਮੈਮ ਉਹਨੇ ਮੈਨੂੰ ਪੁੱਛਿਆ ਕਿ ਤੁਸੀਂ, ਮੈਂ ਕਿਹਾ ਚੱਲ ਤੂੰ ਇੱਦਾਂ ਦੱਸੋ ਵੀ ਸ਼ੂਟਿੰਗ 'ਤੇ ਆਉਣਾ ਕਿਹੜੇ ਦਿਨ। ਉਹਨੇ ਸਾਨੂੰ ਡੇਟ ਦੱਸਤੀ ਸਾਰਾ ਕੁਛ, ਅਤੇ ਮੈਨੂੰ ਕਹਿੰਦਾ ਕਿ ਵੀ ਤੁਹਾਨੂੰ 1 ਦਿਨ ਪਹਿਲਾਂ ਆਉਣਾ ਪੈਣਾ। ਮੈਂ ਕਿਹਾ ਸ਼ੂਟਿੰਗ ਆ, ਅਤੇ ਇਹਨੇ ਸਾਡੇ ਤੋਂ ਰਾਤ ਰਹਿ ਕੇ ਕੀ ਕਰਨਾ, ਕਿ ਮੈਂ ਹੋਟਲ ਬੁੱਕ ਕਰਵਾਊਂਗਾ, ਉੱਥੇ ਜਿਹੜੀ ਮੇਨ ਲੀਡ ਤੁਹਾਡਾ ਹੋਊਗਾ ਅਤੇ ਜਿਹੜੀ ਨਾਲ ਕੁੜੀ ਹੋਊਗੀ ਉਹਦੇ ਫਾਦਰ ਸਾਹਿਬ ਆਉਣਗੇ, ਮਤਲਬ ਕਿ ਤੁਹਾਨੂੰ 2 ਰੂਮ ਲੈ ਕੇ ਦੇਵਾਂਗੇ। ਮੈਂ ਕਿਹਾ ਚਲੋ ਕੋਈ ਗੱਲ ਨਹੀਂ ਫਿਰ, ਹੈ ਨਾ। ਮੈਂ ਕਿਹਾ ਮੈਨੂੰ ਤਾਂ ਇਹਨਾਂ ਚੀਜ਼ਾਂ ਦਾ ਹਜੇ ਇੰਨੀ ਨੌਲੇਜ ਹੈ ਹੀ ਨਹੀਂ ਸੀ। ਫਿਰ ਮੇਰੇ ਦਿਮਾਗ 'ਚ ਵੱਜੀ ਜਾਵੇ ਵੀ ਮੈਨੂੰ ਬੰਦਾ ਕੁਛ ਗਲਤ ਲੱਗਦਾ। ਫਿਰ ਉਹਨੇ ਪੁੱਛਿਆ ਵੀ ਜਿਹੜੇ ਤੁਹਾਡੇ ਨਾਲ ਆਏ ਡਰਿੰਕ ਕਰਦੇ ਆ। ਫਿਰ ਮੇਰੇ ਦਿਮਾਗ 'ਚ ਵੱਜੀ ਗੱਲ ਵੀ ਬਹੁਤ ਥਾਂ ਸੁਣਿਆ ਵੀ ਡਰਿੰਕ ਦੇ ਵਿੱਚ ਕੁਛ ਲੋਕ ਦੇ ਕੇ ਅਤੇ ਇੱਦਾਂ, ਹੈ ਨਾ, ਵੀ ਕੁਛ ਵੀ ਕਰ ਸਕਦੇ ਸੀ ਅਗਲੇ, ਹੈ ਨਾ। ਫਿਰ ਅਸੀਂ ਨਾ YouTube ਤੋਂ ਮੇਰੇ ਹਸਬੈਂਡ ਨੇ ਮਤਲਬ ਕਿ ਨੰਬਰ ਕੱਢਿਆ ਸਰ ਦਾ। ਰਾਈਜਦਾਰ ਸਰ ਨਾਲ ਤਾਂ ਗੱਲ ਨਹੀਂ ਹੋਈ ਸਾਡੀ, ਉਹਨਾਂ ਦੇ ਮੈਨੇਜਰ ਵਗੈਰਾ ਨੇ ਚੁੱਕਿਆ ਹੋਣਾ, ਕੋਈ ਹੋਊ, ਹੈ ਨਾ, ਉਹਨਾਂ ਦਾ। ਅਤੇ ਉਹਨਾਂ ਨੇ ਕਾਲ ਪਿਕ ਕੀਤੀ ਅਤੇ ਉਹ ਕਹਿੰਦੇ ਵੀ ਇਹੋ ਜਿਹਾ ਤਾਂ ਕੋਈ ਸੀਨ ਹੀ ਹੈ ਨਹੀਂ ਗਾ। ਫਿਰ ਮੇਰੇ ਹਸਬੈਂਡ ਨੇ ਸਿੱਧਾ ਉਹਨੂੰ ਕਾਲ ਕੀਤੀ, ਉਸ ਬੰਦੇ ਨੂੰ, ਵੀ ਤੂੰ ਇੰਨਾ ਪਾਗਲ ਸਾਨੂੰ ਬਣਾ ਰਿਹਾ, ਵੀ ਤੂੰ ਕਿੰਨੀਆਂ ਕੁੜੀਆਂ ਨਾਲ ਇੱਦਾਂ ਕੀਤਾ, ਹੈ ਨਾ। ਮੈਂ ਆਪਣੇ ਹਸਬੈਂਡ ਨੂੰ ਸਗੋਂ ਕਿਹਾ, ਮੈਂ ਕਿਹਾ ਸੋਨੀ ਵੀ ਆਪਾਂ ਨਾ, ਮੈਂ ਕਿਹਾ ਵੀ ਪੁਲਿਸ ਬੁਲਾ ਲੈਂਦੇ, ਬੰਦੇ ਨੂੰ ਸੱਦੀਏ, ਫੜਾ ਦਈਏ, ਵੀ ਇਹਨੇ ਪਤਾ ਨਹੀਂ ਕਿੰਨੀਆਂ ਕੁੜੀਆਂ ਨੇ ਗਲਤ ਕੀਤਾ ਹੋਣਾ। ਅਤੇ ਮੇਰੇ ਹਸਬੈਂਡ ਕਹਿੰਦੇ ਤੂੰ ਚੱਲ ਚੁੱਪ ਰਹਿ, ਵੀ ਕੀ ਫਾਇਦਾ ਇਹਨਾਂ 'ਚ, ਪਤਾ ਨਹੀਂ ਕੌਣ ਹੋਣਾ ਕੌਣ ਨਹੀਂ, ਕਿੱਦਾਂ ਦੇ ਬੰਦੇ ਹੋਣੇ, ਹੈ ਨਾ। ਤਾਂ ਮੈਂ ਇਹ ਸੋਚਦੀ ਹਾਂ ਵੀ ਮੈਮ ਕਈ ਵਾਰੀ ਕੁੜੀਆਂ ਨੂੰ ਪਤਾ ਹੀ ਨਹੀਂ ਹੁੰਦਾ ਇਹਨਾਂ ਚੀਜ਼ਾਂ ਦਾ, ਹੈ ਨਾ, ਵੀ ਪਤਾ ਨਹੀਂ ਕਿੰਨੀਆਂ ਕੁੜੀਆਂ ਉਸ ਬੰਦੇ ਦੇ ਹੱਥੀਂ ਫਸੀਆਂ ਹੋਣਗੀਆਂ,
ਵੀ ਬੰਦਾ ਸ਼ੂਟਿੰਗ ਦੇ ਮੈਂ ਵੀ ਚਲੀ ਜਾਂਦੀ, ਕੀ ਪਤਾ ਉਹ ਮੇਰੇ ਹਸਬੈਂਡ ਨੂੰ ਚਾਹੇ ਮੈਨੂੰ ਕੀ ਕਰਦੇ ਹੈ ਨਾ। ਅਤੇ ਮੈਨੂੰ ਨਹੀਂ ਪਤਾ ਹੈਗਾ। ਬਸ ਮੈਂ ਤਾਂ ਇਹੀ ਕਹਿਣਾ ਚਾਹੁੰਦੀ ਹਾਂ ਵੀ ਇਹੋ ਜਿਹੇ ਲੋਕਾਂ ਤੋਂ ਬਚੋ ਜੋ ਤੁਹਾਨੂੰ ਇੰਸਟਾਗ੍ਰਾਮ 'ਤੇ ਮੈਸੇਜ ਕਰ ਦਿੰਦੇ ਆ ਵੀ ਅਸੀਂ ਡਾਇਰੈਕਟਰ ਹੈਗੇ ਆ, ਪ੍ਰੋਡਿਊਸਰ ਹੈਗੇ ਆ, ਸਾਡੇ ਨਾਲ ਕੰਮ ਕਰੋ, ਇਹ ਕਰੋ। ਇੱਦਾਂ ਦਾ ਕੁਛ ਨਹੀਂ ਹੁੰਦਾ। ਜਿਹੜੇ ਜੈਨੂਅਨ ਬੰਦੇ ਹੁੰਦੇ ਆ ਨਾ ਉਹਨਾਂ ਦਾ ਪਤਾ ਲੱਗ ਜਾਂਦਾ ਹੁੰਦਾ। ਜੇ ਤੁਸੀਂ ਕੋਈ ਇੱਦਾਂ ਸ਼ੂਟਿੰਗ ਵਗੈਰਾ 'ਚ ਜੋ ਵੀ ਕਰਨੀ ਤੁਸੀਂ ਸਿੱਧਾ ਕਹੋ ਵੀ ਸਾਡੀ ਸਿੰਗਰ ਨਾਲ ਗੱਲ ਕਰਵਾਓ। ਫਿਰ ਚਲੋ ਪ੍ਰਮੋਸ਼ਨ ਸੌਂਗਸ ਆਉਣ ਲੱਗੇ ਜਿੱਦਾਂ ਹੈ ਨਾ ਸਾਨੂੰ, ਤਾਂ ਰਾਏ ਜੁਝਾਰ ਸਰ ਨਾਲ ਮੇਰੀ ਗੱਲ ਹੋ ਗਈ। ਮੈਂ ਨੰਬਰ ਲੈਂਦੀ ਸੀ ਅਤੇ ਕਮਲ ਮਾਨ ਹੈਗਾ ਮੁੰਡਾ ਮੇਰੇ ਨਾਲ ਐਡ ਹੋਇਆ, ਉਹਨੇ ਪ੍ਰਮੋਸ਼ਨ ਸੌਂਗ ਦਿੱਤਾ ਸੀ ਮੈਨੂੰ। ਮੈਂ ਉਹਨਾਂ ਕੋਲ ਗੱਲ ਕੀਤੀ, ਮੈਂ ਕਿਹਾ ਵੀ ਰਾਏ ਜੁਝਾਰ ਸਰ ਕਹਿੰਦੇ ਮੈਂ ਕਿਹਾ ਵੀ ਤੁਹਾਡੀ ਪ੍ਰੋਫਾਈਲ 'ਚ ਦੇਖ ਕੇ ਵੀ ਕਾਫੀ ਸਿੰਗਰ ਦੇਖੇ ਮੈਂ। ਕਹਿੰਦਾ ਜੀ ਮੈਂ ਤੁਹਾਡੀ ਹੁਣੇ ਗੱਲ ਕਰਵਾ ਦੇਣਾ। ਮੈਂ ਕਿਹਾ ਕਰਵਾਓ, ਮੈਨੂੰ ਕੰਮ ਆ ਉਹਨਾਂ ਤੱਕ। ਫਿਰ ਮੈਂ ਸਰ ਨਾਲ ਗੱਲ ਕੀਤੀ, ਮੈਂ ਕਿਹਾ ਸਰ ਵੀ ਆਹ ਬੰਦਾ। ਫਿਰ ਮੈਂ ਕਿਹਾ ਮੈਂ ਤਾਂ ਉਹਦੀ ਆਈਡੀ ਤਾਂ ਬਲੌਕ ਕਰਤੀ ਸੀ। ਕਹਿੰਦੇ ਮੈਨੂੰ ਵੀ ਨੰਬਰ ਦੇ ਦਿਓ ਉਹਦਾ। ਮੈਂ ਕਿਹਾ ਸਰ ਤੁਸੀਂ ਉਹ ਬੰਦੇ ਨਾਲ ਗੱਲ ਤਾਂ ਕਰੋ ਵੀ ਤੁਹਾਡਾ ਵੀ ਨਾਮ ਬਦਨਾਮ ਕਰ ਰਿਹਾ ਸੀ ਹੈ ਨਾ ਉਹ। ਅਤੇ ਇੱਦਾਂ ਕਰਕੇ ਵੀ ਮਤਲਬ ਕਿ ਮੈਂ ਇਹੀ ਕਹਿੰਦੀ ਹਾਂ ਵੀ ਕਈ ਮੈਮ ਭੋਲੀਆਂ ਹੁੰਦੀਆਂ ਕੁੜੀਆਂ ਹੈ ਨਾ ਵੀ ਚਲੋ ਮੈਂ ਵੀ ਬਚ ਗਈ, ਮੈਂ ਖੁਦ ਕਿੰਨੀ ਬਚ ਗਈ, ਜੇ ਮੈਂ ਚਲੀ ਜਾਂਦੀ ਪਤਾ ਨਹੀਂ ਕੀ ਹੋਣਾ ਸੀਗਾ। ਅਤੇ ਇੱਦਾਂ ਦੇ ਝੂਠੇ ਫਰੋਡੀ ਜਿਹੜੇ ਆਹ ਡਾਇਰੈਕਟਰ ਪ੍ਰੋਡਿਊਸਰ ਬਣੇ ਬੈਠੇ ਆ ਨਾ ਇੰਸਟਾਗ੍ਰਾਮ 'ਤੇ, ਇਹਨਾਂ ਤੋਂ ਬਚੋ ਬਸ। ਜੇ ਤੁਹਾਨੂੰ ਲੱਗਦਾ ਸਿੱਧਾ ਸਿੰਗਰ ਨਾਲ ਗੱਲ ਕਰ ਲਓ। ਮੈਮ ਫਿਊਚਰ ਕਿੱਥੇ ਦੇਖਦੇ ਹੋ ਆਪਣੇ ਆਪ ਨੂੰ ਹੁਣ? ਫਿਊਚਰ ਬਸ ਇਹੀ ਆ, ਹਜੇ ਤਾਂ ਇੰਸਟਾਗ੍ਰਾਮ 'ਤੇ ਵੀਡੀਓਜ਼ ਅਤੇ ਮੈਮ ਇੱਦਾਂ ਆਫਰਸ ਤਾਂ ਆਉਂਦੇ ਆ ਜਿੱਦਾਂ ਵੈੱਬ ਸੀਰੀਜ਼, ਕਿਉਂਕਿ ਮੈਂ ਆਪਦੇ ਬੱਚੇ ਨਹੀਂ ਛੱਡ ਸਕਦੀ ਹੈ ਨਾ। ਵੈੱਬ ਸੀਰੀਜ਼ ਦੇ ਲਈ ਤੁਹਾਨੂੰ ਬਹੁਤ ਬਿਜ਼ੀ ਹੋ ਜਾਂਦਾ ਬੰਦਾ, ਉਹਦੇ 'ਚ ਰਹਿਣਾ ਪੈਂਦਾ, ਉੱਥੇ ਜਾ ਕੇ 2-2 3-3 ਕਈ ਵਾਰੀ 10-10 ਦਿਨ ਲੱਗ ਜਾਂਦੇ ਆ। ਮੇਰੇ ਫਰੈਂਡ ਸਰਕਲ 'ਚੋਂ ਕਈ ਕੁੜੀਆਂ ਹੈ ਨਾ ਹੈਗੀਆਂ ਇੰਸਟਾਗ੍ਰਾਮ 'ਤੇ ਜੋ ਵੈੱਬ ਸੀਰੀਜ਼ ਦੇ ਵਿੱਚ ਕੰਮ ਕਰਦੀਆਂ। ਸੌਂਗਸ ਲਈ ਵੀ ਆਫਰ ਆਉਂਦੇ ਆ। ਮੈਂ ਹਜੇ ਮਤਲਬ ਕਿ ਮੈਨੂੰ ਮੇਰੇ ਹਸਬੈਂਡ ਕਹਿੰਦੇ ਤੂੰ ਸਿਰਫ ਵੀ ਵੀਡੀਓਜ਼ ਤੱਕ ਹੀ ਰੱਖ, ਵੀ ਜਦੋਂ ਤੈਨੂੰ ਲੱਗੂਗਾ ਵੀ ਵਧੀਆ ਹੈ ਨਾ ਵੀ ਸੌਂਗ ਸਿੰਗਰ ਚਾਹੇ ਹੈਗਾ ਨਾ ਹੈਗਾ, ਤੂੰ ਆਪਦਾ ਕੰਮ ਕਰ ਲਈ, ਵੀ ਤੈਨੂੰ ਮੂਵੀ 'ਚ ਵੀ ਮਿਲਦਾ ਉਹਦੇ 'ਚ ਵੀ ਤੂੰ ਕਰ ਸਕਦੀ ਆ। ਪਰ ਇਹ ਨਾ ਹੋਵੇ ਵੀ ਤੂੰ ਕਦੇ ਧੋਖਾ ਖਾ ਜੀ ਹੈ ਨਾ ਲਾਈਫ ਦੇ ਵਿੱਚ। ਵੀ ਮੈਂ ਤੈਨੂੰ ਇੰਨੀ ਪਰਮਿਸ਼ਨ ਦਿੱਤੀ ਆ ਵੀ ਚੱਲ ਤੇਰਾ ਦਿਲ ਕਰਦਾ ਸੀ ਵੀ ਤੂੰ ਵੀ ਇੰਸਟਾਗ੍ਰਾਮ 'ਤੇ ਹੈ ਨਾ ਵੀਡੀਓਜ਼ ਪਾਵੇਂ ਚਾਹੇ ਕੁਛ ਵੀ, ਪਰ ਵੀ ਤੂੰ ਕੋਈ ਲਿਮਿਟ ਨਾ ਕ੍ਰੋਸ ਕਰੀ ਕਿਸੇ ਚੀਜ਼ ਦੀ ਵੀ। ਜਿੱਦਾਂ ਨੈਗੇਟਿਵ ਕਮੈਂਟਸ ਆਉਂਦੇ ਹੈ ਨਾ, ਫੇਕ ਪੇਜਸ ਵਾਲੇ ਪਾਉਂਦੇ ਆ, ਜਾਂ ਕਮੈਂਟਾਂ ਦੇ ਵਿੱਚ ਲੋਕ ਬੁਰਾ ਭਲਾ ਕਹਿੰਦੇ ਹੈ ਨਾ। ਕੈਮਰੇ ਦੇ ਪਿੱਛੇ ਕੀ ਆ, ਕਹਾਣੀ ਕੀ ਆ, ਉਹ ਕਿਸੇ ਨੂੰ ਪਤਾ ਨਹੀਂ ਹੁੰਦਾ। ਜੋ ਕੈਮਰੇ 'ਤੇ ਦੇਖਦੇ ਆ ਜਾਂ ਤੁਹਾਨੂੰ ਦੇਖਦੇ ਹੋ ਉਹਨੂੰ ਉਹਦੇ ਹਿਸਾਬ ਨਾਲ ਜੱਜਮੈਂਟ ਕਰਦੇ ਆ। ਹਾਲਾਂਕਿ ਮੈਂ ਤੁਹਾਡੀਆਂ ਬਹੁਤ ਸਾਰੀਆਂ ਵੀਡੀਓਜ਼ ਦੇਖੀਆਂ ਨੇ, ਤੁਸੀਂ ਆਲਮੋਸਟ ਸੂਟਾਂ ਦੇ ਵਿੱਚ ਵੀਡੀਓਜ਼ ਪਾਉਂਦੇ ਆ ਹੈ ਨਾ, ਤਾਂ ਵੀ ਨਹੀਂ ਲੋਕ ਛੱਡਦੇ। ਨੈਗੇਟਿਵ ਆਉਂਦੇ ਆ, ਪੋਜ਼ੀਟਿਵ ਵੀ ਹੁੰਦੇ ਆ, ਅਤੇ ਜਿਹੜੇ ਲੋਕ ਪੋਜ਼ੀਟਿਵ ਕਮੈਂਟ ਕਰਦੇ ਆ ਉਹਨਾਂ ਦਾ ਇਫੈਕਟ ਹੁੰਦਾ ਹੈ, ਉਹਨਾਂ ਦੇ ਨਾਲ ਤੁਹਾਨੂੰ ਮੋਟੀਵੇਟ ਹੁੰਦੇ ਹੋ? ਮੈਮ ਮੈਨੂੰ ਬਹੁਤ ਵਧੀਆ ਲੱਗਦਾ ਜਦੋਂ ਵੀ ਮੈਨੂੰ ਵਧੀਆ ਕਮੈਂਟਸ ਆਉਂਦੇ ਆ। ਮੈਂ ਇਹ ਨਹੀਂ ਕਹਿੰਦੀ ਵੀ ਸਾਰੇ ਲੋਕ ਹੀ ਮਾੜੇ ਆ, ਵੀ ਸਾਰੇ ਲੋਕ ਹੀ ਕਮੈਂਟਸ ਗਲਤ ਕਰਦੇ ਆ। ਬਹੁਤ ਵਧੀਆ ਨੇ। ਜਦੋਂ ਦੀ ਮੈਂ ਇੰਸਟਾਗ੍ਰਾਮ 'ਤੇ ਉਦੋਂ ਦੇ ਹੀ ਮੈਨੂੰ ਕਈਆਂ ਦੇ ਨਾਮ ਵੀ ਯਾਦ ਆ ਜੋ ਮੈਨੂੰ ਵਧੀਆ ਕਮੈਂਟਸ ਕਰਦੇ ਆ, ਤਾਂ ਮੈਨੂੰ ਦੱਸ ਵੀ ਦਿੰਦੇ ਆ ਮੈਮ ਵੀ ਤੁਹਾਡੇ ਸੂਟ ਹੀ ਵਧੀਆ ਲੱਗਦੇ, ਸੂਟ ਹੀ ਪਾ ਲਿਆ ਕਰੋ। ਚਲੋ ਇਹ ਦੱਸਣ ਦਾ ਵੀ ਹੁੰਦਾ। ਜੇ ਤੁਸੀਂ ਹੁਣ ਪੰਜਾਬੀ ਦੇ ਵਿੱਚ ਤੁਸੀਂ ਬੋਡੀ ਪਾਰਟਸ ਨੂੰ ਲੈ ਕੇ ਬਹਿ ਜਾਂਦੇ ਆ ਕਮੈਂਟਸ ਦੇ ਵਿੱਚ, ਮੈਮ ਉੱਦਾਂ ਦੀ ਵਰਡਿੰਗ ਤਾਂ ਮੈਂ ਕਦੇ ਸੁਣੀ ਨਹੀਂ ਸੀ ਲਾਈਫ ਦੇ ਵਿੱਚ ਵੀ ਜਿੱਦਾਂ ਦੀ ਉਹ ਬੋਲਦੇ ਆ ਹੈ ਨਾ। ਮੈਨੂੰ ਤਾਂ ਇਹ ਵੀ ਉਹਨਾਂ ਤੋਂ ਸਮਝ ਨਹੀਂ ਆਉਂਦੀ। ਗਾਂ ਉਹਨਾਂ ਮਾਂ ਪਿਓ ਨੂੰ ਜਦੋਂ ਫੜਦੇ ਆ ਮੈਨੂੰ ਉਦੋਂ ਬਹੁਤ ਗੁੱਸਾ ਆਉਂਦਾ। ਹੋਰ ਤਾਂ ਛੱਡੋ ਤੁਸੀਂ। ਅਤੇ ਹਾਂ ਮੈਨੂੰ ਮੈਂ ਉਹਨਾਂ ਤੋਂ ਮੋਟੀਵੇਟ ਬਹੁਤ ਹੁੰਦੀ ਹਾਂ ਜੋ ਵਧੀਆ ਕਮੈਂਟ ਕਰਦੇ ਆ। ਜਿਹੜੇ ਫੇਕ ਕਰਦੇ ਆ ਠੀਕ ਆ, ਫੇਕ ਆਈਡੀਜ਼ ਬਣਾ ਕੇ ਕਰਦੇ ਆ, ਚਾਹੇ ਪੇਜਸ ਗਲਤ ਪਾਉਂਦੇ, ਉਦੋਂ ਬਹੁਤ ਦੁੱਖ ਲੱਗਦਾ। ਮੈਂ ਉਹਨਾਂ ਨੂੰ ਇਹੀ ਮੈਸੇਜ ਦੇਣਾ ਚਾਹੁੰਦੀ ਹਾਂ ਵੀ ਨਾ ਬੋਲਿਆ ਕਰੋ, ਕਿਸੇ ਕੁੜੀ ਨੂੰ ਗਲਤ ਨਾ ਬੋਲਿਆ ਕਰੋ ਠੀਕ ਹੈ। ਜੇ ਤੁਸੀਂ ਰਿਸਪੈਕਟ ਕਰਦੇ ਆ ਤਾਂ ਬੰਦਾ ਅਗਲਾ ਤੁਹਾਡੀ ਵੀ ਮੂਹਰਿਓਂ ਕਰਦਾ। ਮੇਰੇ ਨਾਲ ਹੁਣ ਇੰਨੇ ਵਧੀਆ ਪੇਜਸ ਐਡ ਹੈਗੇ ਨੇ, ਉਹ ਸਿਰਫ ਮਤਲਬ ਦੀ ਗੱਲ ਕਰਦੇ ਆ। ਉਹ ਕਹਿ ਦੇਣਗੇ ਮੈਮ ਸਾਡੇ ਨਾਲ ਕਲੈਬ ਕਰ ਲਓ, ਅਸੀਂ ਕਰ ਲਈਦੀ ਹੈ, ਕੋਈ ਚੱਕਰ ਨਹੀਂ। ਫਿਰ ਕੀ ਰਲ ਮਿਲ ਕੇ ਪੇਜਸ ਚੱਲਦੇ, ਚਾਹੇ ਆਈਡੀਜ਼ ਵਗੈਰਾ ਹੁੰਦੀਆਂ। ਬਟ ਇਹੀ ਆ ਵੀ ਮੈਂ ਸਿਰਫ ਜਿੱਦਾਂ ਆਪਣੇ ਹੈ ਨਾ ਤੁਸੀਂ ਇਹ ਵੀ ਗੱਲ ਕੀਤੀ ਸੀ ਮੈਨੂੰ ਆਉਣ ਸਾਰ ਘਰੇ ਇਹ ਵੀ ਪੁੱਛਿਆ ਸੀਗਾ ਕਿ ਜਿੱਦਾਂ ਤੁਹਾਡੇ ਰਿਲੇਟਿਵ ਕਹਿੰਦੇ ਤਾਂ ਨਹੀਂ ਵੀ ਇੱਦਾਂ ਵੀ ਵੀਡੀਓਜ਼ ਪਾਉਣੀ ਆ। ਮੈਮ ਮੇਰੇ ਮੂੰਹ 'ਤੇ ਤਾਂ ਨਹੀਂ ਕਹਿੰਦਾ ਕੋਈ ਵੀ, ਇਹ ਸਹੀ ਗੱਲ। ਹਾਂ ਪਿੱਠ ਪਿੱਛੇ ਤਾਂ ਮੈਨੂੰ ਕੋਈ ਪਤਾ ਨਹੀਂ ਹੈਗਾ ਵੀ ਮੇਰੇ ਬੋਲਦੇ ਹੋਣਗੇ ਨਾ। ਸਾਡੇ ਇੱਥੇ ਘਰਾਂ 'ਚੋਂ ਕਿਸੇ ਨੇ ਕਦੇ ਗਲਤ ਬੋਲਿਆ, ਬੈਕ ਬਾਈਟ ਕਰਦੇ ਹੋਣ, ਮੈਂ ਕੁਛ ਨਹੀਂ ਕਹਿ ਸਕਦੀ ਕਿਸੇ ਬਾਰੇ ਵੀ ਹੈ ਨਾ। ਜਿੱਦਾਂ ਸਾਡੀ ਜਿਹੜੀ ਫੈਮਿਲੀ ਆ, ਭੂਆ ਜੀ ਹੋਣੇ ਆ ਸਾਰੇ ਅਮਰੀਕਾ 'ਚ ਆ, ਉਹ ਵੀ ਕੋਈ ਮਾਈਂਡ ਨਹੀਂ ਕਰਦੇ, ਨਾ ਮੇਰੀ ਮਦਰ ਇਨ ਲੋ ਮਾਈਂਡ ਕਰਦੇ ਆ। ਹਾਂਜੀ ਮੇਨ ਮੈਂ ਦੁਖੀ ਹੈਗੀ ਜਿਹੜੀਆਂ ਫੇਕ ਆਈਡੀਜ਼ ਅਤੇ ਪੇਜਸ ਤੋਂ। ਹੋਰ ਮੈਂ ਕਿਸੇ ਤੋਂ ਕੋਈ ਦੁਖੀ ਨਹੀਂ ਹੈਗੀ। ਜਿਹੜੇ ਮੈਨੂੰ ਪਿਆਰ ਕਰਦੇ ਨਾ, ਮੈਂ ਉਹਨਾਂ ਦਾ ਦਿਲੋਂ ਥੈਂਕ ਯੂ ਕਰਦੀ ਹਾਂ ਵੀ ਉਹਨਾਂ ਦੇ ਕਰਕੇ ਮੈਨੂੰ ਬਹੁਤ ਵਧੀਆ ਲੱਗਦਾ ਜਦੋਂ ਉਹ ਕਹਿੰਦੇ ਆ
ਵੀ ਮੈਮ ਤੁਸੀਂ ਇਦਾਂ ਵੀਡੀਓਜ਼ ਪਾਉਂਦੇ ਆ। ਕਈ ਵਾਰੀ ਮੈਮ ਮੈਂ ਚੱਪਲ 'ਚ ਵੀਡੀਓ ਇਦਾਂ ਪਾਈਆਂ ਹੁੰਦੀਆਂ ਵੀ ਉਹੀ ਘਰੇ ਮੇਰੇ ਵਾਲ ਨਹੀਂ ਕਦੇ ਵਾਏ ਹੁੰਦੇ, ਮੈਂ ਕਦੇ ਅੱਜ ਤੁਸੀਂ ਆਏ ਆ ਤਾਂ ਮੈਂ ਹੇਅਰ ਸਟਾਈਲ ਬਣਾ ਲਿਆ, ਮੈਂ ਨਹੀਂ ਹੈ ਨਾ ਮੇਰੇ ਕਿਸੇ ਵੀਡੀਓ 'ਚ ਮੇਕਅਪ ਹੁੰਦਾ। ਇੱਦਾਂ ਸਿੰਪਲ ਹੀ ਘਰੋਂ ਉੱਠ ਕੇ ਮੈਨੂੰ ਲੋਰੀ ਉੱਠਣੀ ਆ ਵੀ ਮੈਂ ਵੀਡੀਓ ਬਣਾਉਣ ਚੱਲੀ ਆ, ਹੈ ਨਾ। ਜਦੋਂ ਮੈਂ ਵੀਡੀਓ ਬਣਾਉਣ ਭੱਜਣਾ ਤੇ ਮੇਰੇ ਪੈਰਾਂ 'ਚ ਚੱਪਲਾਂ ਪਾਈਆਂ। ਰਮਾਨ ਮੇਰੀ ਬੇਟੀ ਉਹੀ ਵੀਡੀਓਜ਼ ਬਣਾਉਂਦੀ ਆ ਤੇ ਉਹ ਕਹੂਗੀ ਮੰਮਾ ਪੈਰਾਂ 'ਚ ਤਾਂ ਚੱਪਲ। ਮੈਂ ਕਿਹਾ ਕੋਈ ਨਾ, ਮੈਨੂੰ ਦੇਖਣਾ, ਵੀਡੀਓ ਨੂੰ ਦੇਖਣਾ, ਇੰਜੋਏ ਕਰਨਾ ਸਾਰਿਆਂ ਨੇ, ਵੀ ਕੁਛ ਨਹੀਂ ਹੁੰਦਾ ਤੇ ਇੱਦਾਂ ਹੀ ਤੂੰ ਚੱਲਣ ਦੇ। ਤੇ ਫਿਰ ਕਈ ਬੋਲਣਗੇ ਵੱਡੀ ਇਹ ਵੀਡੀਓ ਬਣਾਉਣ ਵਾਲੀ ਆਈ ਆ, ਹੈਂ ਸੂਟ ਇਹਦੇ ਉਹੀ ਪਾਏ ਹੁੰਦੇ ਆ ਤੇ ਚੱਪਲਾਂ ਇਹਦੇ ਪੈਰਾਂ 'ਚ ਪਾਈਆਂ ਹੁੰਦੀਆਂ, ਕਦੇ ਵਾਲ ਤਾਂ ਵਾਲਿਆ ਕਰ, ਕਦੇ ਕੋਈ ਤੇਰੇ ਮੇਕਅਪ ਨਹੀਂ ਕੀਤਾ ਹੁੰਦਾ। ਮੈਨੂੰ ਇਹ ਸਮਝ ਨਹੀਂ ਆਉਂਦੀ ਵੀ ਤੁਸੀਂ ਸਿੰਪਲਿਸਿਟੀ ਨੂੰ ਲਾਈਕ ਕਰਦੇ ਹੋ ਕਿ ਤੁਸੀਂ ਉਹ ਫੇਕ ਚੀਜ਼ਾਂ ਨੂੰ ਜ਼ਿਆਦਾ ਪਸੰਦ ਕਰਦੇ ਹੋ, ਹੈ ਨਾ। ਅਤੇ ਜਿੱਥੇ ਸੂਟਾਂ ਦੀ ਗੱਲ ਕਰਦੇ ਹੋ ਬਾਈ, ਵੀ ਮੇਰੇ ਵੀ ਘਰ ਵਾਲਾ ਉਹ ਬਹੁਤ ਉਹਦੇ ਨਾਲ ਵਿਰਲੇ ਨਾਲ ਨਹੀਂ ਲੱਗਦੀ ਗੀ, ਅਤੇ ਜਿੰਨੇ ਕੁ ਸੂਟ ਹੁੰਦੇ ਉਨੇ ਕੁ ਪਾ ਕੇ ਵੀਡੀਓ ਬਣਾ ਲਈਦੀ ਆ, ਹੈ ਨਾ। ਅਤੇ ਸਾਰਿਆਂ ਕੋਲ ਇੱਦਾਂ ਹੀ ਹੁੰਦਾ, ਹੈ ਨਾ। ਜਦੋਂ ਤੁਸੀਂ ਇੱਥੇ ਆਏ ਸੀ ਤਾਂ ਲੋਕਾਂ ਨੇ ਮਿਹਣੇ ਦਿੱਤੇ ਕਿ ਹੈ ਨਾ ਪੈਸੇ ਖ਼ਰਾਬ ਕਰਕੇ ਆਈ, ਛੱਡ ਕੇ ਆਏਗੀ। ਪਰ ਜਦੋਂ ਉਹਨਾਂ ਨੂੰ ਐਕਚੁਅਲ ਰੀਜ਼ਨ ਪਤਾ ਚੱਲਿਆ ਕਿ ਤੁਸੀਂ ਆਪਣੀ ਮਦਰ ਕਰਕੇ ਜਿਹੜਾ ਹੈਗਾ ਵਿਦੇਸ਼ ਦੀ ਧਰਤੀ ਛੱਡੀ ਸੀ, ਆਸਟ੍ਰੇਲੀਆ ਤੋਂ ਤੁਸੀਂ ਇੱਥੇ ਆਏ ਸੀ, ਫਿਰ ਉਹਨਾਂ ਲੋਕਾਂ ਦਾ ਨਜ਼ਰੀਆ ਚੇਂਜ ਹੋਇਆ? ਨਹੀਂ ਮੈਮ, ਉਹਨਾਂ ਨੂੰ ਕੋਈ ਮਤਲਬ ਨਹੀਂ ਹੈਗਾ, ਹੈ ਨਾ। ਜਿਹਨੂੰ ਦੁੱਖ ਹੁੰਦਾ ਆਪਣੀ ਮਾਂ ਦਾ ਉਹਨੂੰ ਹੀ ਹੁੰਦਾ, ਦੂਜਾ ਬੰਦਾ ਇਹਨਾਂ ਚੀਜ਼ਾਂ ਨੂੰ ਨਹੀਂ ਸਮਝ ਸਕਦਾ, ਠੀਕ ਆ। ਮੇਰੇ ਦੱਸਣ ਚਾਹੇ ਨਾ ਦੱਸਣ ਨਾਲ ਉਹਨੂੰ ਕੋਈ ਫਰਕ ਨਹੀਂ ਪੈਂਦਾ। ਦੇਖੋ ਜੇ ਪੈਸਾ ਵੀ ਖਰਾਬ ਹੋਇਆ ਸੀ, ਹੈ ਨਾ, ਮੇਰੀ ਫੈਮਿਲੀ ਦਾ ਹੋਇਆ ਸੀਗਾ, ਤਾਂ ਉਹਨੇ ਪੈਸੇ ਅਸੀਂ ਕਮਾ ਚੁੱਕੇ ਸੀਗੇ। ਮੈਂ ਉਹਨਾਂ ਨੂੰ ਤਾਂ ਹੁਣ ਵਾਰੋ ਵਾਰੀ ਦੱਸ ਨਹੀਂ ਸਕਦੀ, ਹੈ ਨਾ, ਵੀ ਜਿੰਨੇ ਅਸੀਂ ਜ਼ੋਰ ਲਾ ਕੇ ਗਏ ਸੀਗੇ। ਸਟੂਡੈਂਟ ਸੀ, ਚਲੋ ਆਸਟ੍ਰੇਲੀਆ ਇੱਕ ਵਧੀਆ ਕੰਟਰੀ ਆ ਵੀ ਤੁਸੀਂ ਆਪਣੇ ਪੇਰੈਂਟਸ ਦੀ ਇੰਡੀਆ ਦੇ ਵਿੱਚ ਵੀ ਹੈਲਪ ਕਰ ਸਕਦੇ ਹੋ, ਵੀ ਇਹ ਨਹੀਂ ਹੈਗਾ ਫੀਸ ਕੱਢ ਕੇ। ਬਟ ਮੈਮ ਬਹੁਤ ਟੌਰਚਰ ਕੀਤਾ ਲੋਕਾਂ ਨੇ, ਮੈਂ ਤੁਹਾਨੂੰ ਦੱਸ ਨਹੀਂ ਸਕਦੀ ਵੀ ਕਿੱਦਾਂ ਦੀਆਂ ਗੱਲਾਂ ਕੀਤੀਆਂ। ਇਹ ਧੱਕੇ ਖਾਂਦੇ ਫਿਰਦੇ ਆ ਇੱਥੇ, ਇਹਨਾਂ ਨੇ ਇਹ ਕੀਤਾ, ਠੀਕ ਆ। ਮੈਂ ਤਾਂ ਕੁਛ ਨਹੀਂ ਹੁਣ ਉਹਨਾਂ ਬਾਰੇ ਬੋਲਣਾ ਚਾਹੁੰਦੀ, ਮੈਂ ਤਾਂ ਚੁੱਪ ਕਰਕੇ ਆਪਣਾ ਅੰਦਰ ਟਾਈਮ ਪਾਸ ਕੀਤਾ। ਅਤੇ ਹੁਣ ਵੀ ਮੈਨੂੰ ਕਈ ਵਾਰੀ ਗੱਲਾਂ ਯਾਦ ਆਉਂਦੀਆਂ ਤਾਂ ਅੰਦਰ ਬੈਠ ਕੇ ਰੋਣਾ ਹੀ ਆ ਜਾਂਦਾ ਵੀ ਲਾਈਫ ਮੇਰੀ ਹੋਈ, ਚਾਹੇ ਮੈਂ ਆਪਣੀ ਮਾਂ ਲਈ ਸਾਰਾ ਕੁਝ ਛੱਡਤਾ, ਹੈ ਨਾ। ਤਾਂ ਮੈਂ ਕਹਿੰਦੀ ਵੀ ਮੇਰੀ ਮਾਂ ਉਦੋਂ ਮੈਨੂੰ ਜਾਣ ਦੇਣ ਲਈ ਵੀ ਕਹਿ ਦਿੰਦੀ ਨਾ ਵੀ ਪੁੱਤ ਤੂੰ ਮੇਰੀ ਜਾਨ ਲੈ ਕੇ ਮੇਰੀ ਮਾਂ ਦੀ ਜਾਨ ਬਚਦੀ ਹੁੰਦੀ ਨਾ, ਮੈਂ ਉਹ ਵੀ ਦੇ ਦਿੰਦੀ। ਪਰ ਮੈਂ ਲੋਕਾਂ ਨੂੰ ਨਹੀਂ ਸਮਝਾ ਸਕਦੀ ਵੀ ਜੋ ਮੇਰੀ ਮਾਂ ਮੇਰੇ ਲਈ ਸੀ ਨਾ, ਮੈਂ ਲੋਕਾਂ ਨੂੰ ਨਹੀਂ ਸਮਝਾ ਸਕਦੀ ਮੈਮ, ਕਿਸੇ ਨੂੰ ਨਹੀਂ ਮੈਂ ਦੱਸ ਸਕਦੀ। ਪਰ ਲੋਕਾਂ ਨੇ ਫੇਰ ਗੱਲਾਂ ਕਰਨੀਆਂ, ਹੁਣ ਤੱਕ ਵੀ ਮੈਮ ਗੱਲਾਂ ਕੀਤੀਆਂ, ਪਰ ਮੈਂ ਕਹਿੰਦੀ ਹਾਂ ਕੋਈ ਗੱਲ ਨਹੀਂ, ਰੋਟੀ ਖਾਂਦਿਆਂ 'ਚ ਹੈਗੇ ਆ ਵੀ ਕੋਈ ਮਾੜੇ ਨਹੀਂ ਮਰਦੇ ਹੈਗੇ, ਠੀਕ ਆ। ਪਰ ਮੈਂ ਇਹ ਕਹਿੰਦੀ ਹਾਂ ਵੀ ਕਿਸੇ ਦੀ ਲਾਈਫ ਦੇ ਵਿੱਚ ਤੁਸੀਂ ਇੰਟਰਫੇਅਰ ਕਰੋ, ਮੈਂ ਤਾਂ ਮੈਮ ਕਰਦੀ ਨਹੀਂ ਹੈਗੀ ਕਿਸੇ ਦੀ ਲਾਈਫ 'ਚ, ਕੋਈ ਕੁਛ ਆਪਦਾ ਕਰੀ ਜਾਵੇ ਨਾ ਕਰੀ ਜਾਵੇ। ਪਰ ਸਾਡੀ ਫੈਮਿਲੀ ਦੇ ਵਿੱਚ ਮਤਲਬ ਕਿ ਇੰਟਰਫੇਅਰੈਂਸ ਇੰਨੀ ਹੈਗੀ ਆ ਨਾ ਲੋਕਾਂ ਦੀ, ਬਹੁਤ ਜ਼ਿਆਦਾ, ਠੀਕ ਆ। ਮੈਂ ਨਹੀਂ ਚਾਹੁੰਦੀ ਵੀ ਉਹ ਸਾਡੇ ਘਰ 'ਚ ਕੋਈ ਵੀ ਇੰਟਰਫੇਅਰ ਕਰੇ। ਜਿੱਦਾਂ ਦੇ ਹੈਗੇ ਆ ਅਸੀਂ ਵਧੀਆ ਹੈਗੇ ਆ। ਮੇਰੇ ਮਤਲਬ ਕਿ ਮਦਰ ਇਨ ਲਾਅ, ਫਾਦਰ ਇਨ ਲਾਅ ਦੀ ਤਾਂ ਡੈਥ ਹੋ ਗਈ ਆ, ਉਹ ਵੀ ਇੰਨੇ ਵਧੀਆ ਇਨਸਾਨ ਸੀ ਨਾ, ਬਹੁਤ ਜ਼ਿਆਦਾ ਵਧੀਆ ਇਨਸਾਨ ਸੀ। ਅੱਜ ਜਿਵੇਂ ਤੁਸੀਂ ਸਾਡੇ ਘਰੇ ਆਏ, ਹੈ ਨਾ, ਉਹਨਾਂ ਤੋਂ ਚਾਹ ਨਹੀਂ ਸੀ ਚੁੱਕਿਆ ਜਾਣਾ ਗਾ ਕਿ ਵੀ ਸਾਡੇ ਘਰੇ ਕੌਣ ਆਇਆ ਕਿੱਦਾਂ, ਹੈ ਨਾ। ਉਹਨਾਂ ਨੇ ਕੋਲੋਂ ਨਹੀਂ ਸੀ ਤੁਹਾਡੇ ਹਿੱਲਣਾ, ਵੀ ਇੰਨੇ ਵਧੀਆ ਇਨਸਾਨ ਸੀਗੇ, ਹੈ ਨਾ। ਅਤੇ ਮਦਰ ਇਨ ਲਾਅ ਵੀ ਉਹ ਵੀ ਬਹੁਤ ਚੰਗੇ ਆ। ਜੁਆਇੰਟ ਫੈਮਿਲੀ ਆ ਸਾਡੀ ਅਤੇ ਵਧੀਆ, ਮਤਲਬ ਕਿ ਅਸੀਂ ਇਕੱਠੇ ਰਲ ਕੇ ਰਹਿੰਦੇ ਹਾਂ। ਮਾਂ ਬਾਪ ਦਾ ਜਾਣਾ ਸਭ ਤੋਂ ਵੱਡਾ ਘਾਟਾ ਹੁੰਦਾ, ਇਹੋ ਜਿਹਾ ਘਾਟਾ ਜਿਹਦੀ ਪੂਰਤੀ ਕਦੀ ਨਹੀਂ ਹੋ ਸਕਦੀ, ਹੈ ਨਾ। ਕਮੀ ਮਹਿਸੂਸ ਹੁੰਦੀ, ਕੋਈ ਦਿਨ ਤਿਉਹਾਰ ਹੁੰਦਾ ਹੈ ਤਾਂ ਉਹਨਾਂ ਦੀ ਯਾਦ ਆਉਂਦੀ ਆ। ਦਿਨ ਤਿਉਹਾਰ ਦਾ ਛੱਡੋ, ਮਤਲਬ ਕਿ ਕੋਈ ਹੈ ਹੀ ਨਹੀਂ ਇਹੋ ਜਿਹਾ ਟਾਈਮ ਜਿਹੜਾ ਮਤਲਬ ਕਿ ਮੈਂ ਆਪਦੀ ਮਾਂ ਨੂੰ ਕਦੇ ਯਾਦ ਹੀ ਨਾ ਕੀਤਾ ਹੋਵੇ। ਮੈਂ ਆਪਦੀ ਬੇਟੀ ਨੂੰ ਵੀ ਇਹੀ ਕਹਿੰਦੀ ਹੁੰਦੀ ਹਾਂ ਵੀ ਮਤਲਬ ਕਿ ਦੇਖ, ਚਾਹੇ ਤੇਰੇ ਡੈਡੀ ਆ, ਹੈ ਨਾ, ਚਾਹੇ ਤੇਰੀ ਦਾਦੀ ਆ, ਦਾਦਾ, ਚਾਚੀ, ਹਰ ਥਾਂ ਵੀ ਮਤਲਬ ਕਿ ਕੋਈ ਵੀ ਹੈਗਾ, ਹੈ ਨਾ, ਤੇਰੀ ਲਾਈਫ ਦੇ ਵਿੱਚ ਜੋ ਮੈਂ ਮਾਂ ਨਾ ਤੇਰੇ ਲਈ ਖੜ ਸਕਦੀ, ਉਹ ਪਿਓ ਨਹੀਂ ਖੜਦਾ ਮੈਮ। ਮੇਰੇ ਨਾਲ ਜੋ ਹੋਇਆ ਮੈਂ ਤੁਹਾਨੂੰ ਉਹੀ ਦੱਸਿਆ ਵੀ ਹੁਣ ਮੇਰੇ ਡੈਡ ਵੀ ਹੈਗੇ ਆ, ਪਰ ਉਹਨਾਂ ਨੇ ਮੈਨੂੰ ਫੀਲ ਤਾਂ ਨਹੀਂ ਹੋਣ ਦਿੱਤਾ ਵੀ ਮਾਂ ਵਾਲਾ ਉਹ, ਪਰ ਜੋ ਮਾਂ ਸੀ ਨਾ ਮੈਮ, ਉਹ ਚੀਜ਼ ਕੋਈ ਵੀ ਨਹੀਂ ਬਣ ਸਕਦਾ। ਬਸ ਬਹੁਤ ਬਹੁਤ ਸ਼ੁਕਰੀਆ ਮੈਮ, ਗੱਲਬਾਤ ਕੀਤੀ। ਸਾਡੀਆਂ ਦੁਆਵਾਂ ਤੁਹਾਡੇ ਨਾਲ ਆ, ਜੋ ਤੁਹਾਡੇ ਸੁਪਨੇ ਨੇ ਜੋ ਅਧੂਰੇ ਰਹਿ ਗਏ ਉਹ ਪੂਰੇ ਹੋ ਜਾਣ। ਬਹੁਤ ਬਹੁਤ ਸ਼ੁਕਰੀਆ ਗੱਲਬਾਤ ਕੀਤੀ। ਥੈਂਕ ਯੂ ਮੈਮ, ਸਾਨੂੰ ਵੀ ਵਧੀਆ ਲੱਗਿਆ ਤੁਸੀਂ ਇੱਥੇ ਆਏ, ਹੈ ਨਾ, ਇੰਨੀ ਦੂਰ ਚੱਲ ਕੇ। ਅਤੇ ਬਾਕੀ ਆਉਂਦੇ ਜਾਂਦੇ ਰਹੋ ਫਿਰ।
ਸੋ ਜੀ ਇਹ ਸੀ ਨਰਿੰਦਰ ਕੌਰ ਗਿੱਲ, ਨਵੀ ਗਿੱਲ ਦੇ ਨਾਲ ਵੀ ਇਹਨਾਂ ਨੂੰ ਜਾਣਦੇ ਆ। ਅੱਜ ਕੋਸ਼ਿਸ਼ ਕੀਤੀ ਕਿ ਇਹਨਾਂ ਦੀ ਕਹਾਣੀ ਤੁਹਾਡੇ ਤੱਕ ਪਹੁੰਚਾ ਸਕੀਏ। ਜੇਕਰ ਵੀਡੀਓ ਚੰਗੀ ਲੱਗੀ ਸ਼ੇਅਰ ਜ਼ਰੂਰ ਕਰ ਦਿਓ। ਮੈਨੂੰ ਦਿਓ ਇਜਾਜ਼ਤ। ਸਤਿ ਸ਼੍ਰੀ ਅਕਾਲ।